ਆਦਿ ਗੁਰ ਏ ਨਮः ਜੁਗਾਦ ਗੁਰ ਏ ਨਮः ਸਤ ਗੁਰ ਏ ਨਮः ਸ੍ਰੀ ਗੁਰਦੇਵ ਏ ਨਮः। ਨਮਸਕਾਰ ਨਮਸਕਾਰ ਨਮਸਕਾਰ। ਜਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦੇ ਚਰਨਾਂ ਦੀ ਧੂੜ ਦਾਸ ਤੁਹਾਡਾ ਆਪਣਾ ਮਾਂ ਦੇਸਾ ਨੰਦਨ ਜਸਵੀਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਬੁਰਜ ਸਾਹਿਬ ਮਾਈ ਦੇਸਾਂ ਪਾਤਸ਼ਾਹੀ 10ਵੀਂ ਪਿੰਡ ਚੱਕ ਫਤਿਹ ਸਿੰਘ ਵਾਲਾ ਨੇੜੇ ਭੁੱਚੋ ਮੰਡੀ ਜ਼ਿਲ੍ਹਾ ਬਠਿੰਡਾ ਦੇਸ਼ ਪੰਜਾਬ। ਇਹ ਭਾਗਾਂ ਵਾਲਾ ਸਥਾਨ ਜਿੱਥੇ ਪਾਤਸ਼ਾਹ 9 ਦਿਨ ਠਹਿਰੇ, ਮਾਤਾ ਦੇਸਾਂ ਨੂੰ ਅਨੇਕਾਂ ਬਖਸ਼ਿਸ਼ ਕੀਤੀਆਂ, ਜਿੱਥੇ ਇਲਾਕੇ ਦੀਆਂ ਸੰਗਤਾਂ ਦਰਸ਼ਨ ਕਰਨ ਆਉਂਦੀਆਂ, ਨਾਮਦਾਨ ਲੈਂਦੀਆਂ, ਖੰਡੇ ਦੀ ਪੌਲ ਛਕ ਕੇ ਸ਼ਸਤਰਧਾਰੀ ਹੋ ਕੇ ਜਾਂਦੀਆਂ। ਪਾਤਸ਼ਾਹ ਨੇ ਅਨੇਕਾਂ ਹੀ ਬਰਕਤਾਂ ਵਰਤਾਈਆਂ ਔਰ ਜੋ ਬਰਤਾਂਤ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋਏ, ਉਹ ਕਿਹੜੀ ਸ਼ਕਤੀ ਸੀ, ਕਿਹੜਾ ਨਾਮ ਦਾ ਛਿੱਟਾ ਸੀ ਜਿਹਨੂੰ ਵਰਤਾਉਣ ਲਈ ਗੁਰੂ ਨਾਨਕ ਸਾਹਿਬ ਨੇ 4 ਉਦਾਸੀਆਂ ਕੀਤੀਆਂ, ਉਹ ਸਾਂਝਾਂ ਪਾਤਸ਼ਾਹ ਨੇ ਇੱਥੇ ਸੰਗਤ ਨਾ ਪਾਈਆਂ, ਮਾਂ ਦੇਸਾਂ ਨਾ ਪਾਈਆਂ। ਮਾਈ ਦੇਸਾਂ ਨੇ ਉਹ ਸਾਰੇ ਸੂਤਰ ਜੋ ਸਾਡੀ ਝੋਲੀ ਪਾਏ ਨੇ, ਉਹਨਾਂ ਨੂੰ ਵਰਤਾਉਣ ਦਾ ਦੱਸਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਮਾਤਾ ਜੀ ਵੱਲੋਂ ਹੁਕਮ ਹੋਇਆ ਕਿ ਜੋ ਗੁਰੂ ਰਾਮਦਾਸ ਦੇ ਦਰ ਤੋਂ ਹੁਕਮਨਾਮਾ ਸਾਹਿਬ ਆਉਂਦੇ ਨੇ, ਵਿਸ਼ਵ ਭਰ ਦੀਆਂ ਸੰਗਤਾਂ ਉਹਨੂੰ ਉਡੀਕਦੀਆਂ, ਸੁਣਦੀਆਂ, ਮਨਨ ਕਰਦੀਆਂ। ਤੁਸੀਂ ਵੀ ਉਹਨਾਂ ਹੁਕਮਨਾਮਾ ਸਾਹਿਬ ਦੀ ਵਿਆਖਿਆ ਕਰਕੇ ਸੰਗਤਾਂ ਦੀ ਝੋਲੀ ਪਾਉਣਾ ਸ਼ੁਰੂ ਕਰੋ। ਆਪਾਂ ਸ਼ੁਰੂ ਕੀਤਾ ਹੈ, ਸੰਗਤਾਂ ਸਹਿਯੋਗ ਦੇ ਰਹੀਆਂ, ਕਿਰਪਾ ਸਤਿਗੁਰੂ ਕਰ ਰਹੇ ਆ। ਸਤਿਗੁਰਾਂ ਦੀ ਮਿਹਰ ਸਦਕਾ ਉਹ ਅੱਜ ਦੇ ਮੁੱਖ ਵਾਕ ਦੀ ਆਪਾਂ ਸਾਂਝ ਪਾਈਏ। ਸੋਰਠ ਮਹੱਲਾ ਤੀਜਾ। ਹਰ ਜੀਓ ਤੁਧ ਨੋ ਸਦਾ ਸਲਾਹੀ ਪਿਆਰੇ, ਜਿਚਰ ਘਟ ਅੰਤਰ ਹੈ ਸਾਸਾ। ਇੱਕ ਪਲ ਖਿਨ ਵਿਸਰ ਹੈ ਤੂੰ ਸੁਆਮੀ, ਜਾਣੋ ਬਰਸ 50। ਜਿਨ੍ਹਾਂ ਦੀ ਸਾਂਝ ਬਣ ਜਾਂਦੀ ਹੈ ਹਰ ਜੀਓ ਦੇ ਨਾਲ, ਫਿਰ ਉਹਨਾਂ ਕੋਲੇ ਇੱਕੋ ਹੀ ਕਾਰਜ ਰਹਿ ਜਾਂਦਾ। ਜਿੰਨਾ ਚਿਰ ਸਾਂਝ ਨਹੀਂ ਬਣੀ, ਉਨਾ ਚਿਰ ਬੜਾ ਹੀ ਤਪਸ ਦਾ ਜੀਵਨ ਹੈ। ਬੰਦੇ ਤੇ ਬਥੇਰੇ ਬਾਬ ਬਰੋਲੇ ਝੱਖੜ ਝੋਲੇ ਆਉਂਦੇ ਆ, ਸੰਸਾਰ ਦੇ ਸਿਸਟਮ 'ਚ ਉਲਝ ਕੇ ਰਹਿ ਜਾਂਦਾ। ਇਹ ਤਾਂ ਕਿਰਪਾ ਵਾਪਰਦੀ ਹੈ ਜਦੋਂ ਕੋਈ ਜਾਗਿਆ ਹੋਇਆ ਜਾਗਰਤ ਪੁਰਸ਼ ਟੱਕਰਦਾ, ਜਿਹਦੇ ਦਰਸ਼ਨ ਕੀਤੇ ਹੀ ਲੱਗਦਾ ਹੈ ਕਿ ਸੀਨੇ ਠੰਡ ਪੈ ਗਈ। ਫਿਰ ਜਾਣਨਾ ਚਾਹੁੰਦੇ ਆ ਕਿ ਇੰਨੇ ਨੇਰ ਗਵਾਰ ਦੇ ਵਿੱਚ, ਇੰਨੀ ਮਾਰਾ ਧਾੜੀ ਦੇ ਵਿੱਚ ਇਹ ਸੁੱਖ ਸ਼ਾਂਤੀ ਨਾਲ ਰਹਿਣ ਵਾਲਾ ਕੌਣ ਹੈ? ਫਿਰ ਜਦੋਂ ਅਸੀਂ ਖੋਜ ਕਰਦੇ ਹਾਂ, ਪਤਾ ਲੱਗਦਾ ਕਿ ਕੋਈ ਗੁਰੂ ਦਾ ਪਿਆਰਾ ਹੈ, ਕੋਈ ਗੁਰੂ ਦੀ ਬਾਣੀ ਪੜ੍ਹਨ ਵਾਲਾ ਹੈ, ਕੋਈ ਗੁਰੂ ਦੀ ਬਾਣੀ ਨੂੰ ਮੰਨਣ ਕਰਨ ਵਾਲਾ ਹੈ। ਤਾਂ ਫਿਰ ਸਾਡੇ ਅੱਗੇ ਖਿੱਚ ਵੱਧਦੀ ਹੈ। ਜਦੋਂ ਸਾਡਾ ਇੱਕ ਵਾਰੀ ਮਾੜਾ ਜਿਹਾ ਵੀ ਮੇਲ ਹੋਣਾ ਸ਼ੁਰੂ ਹੋ ਜਾਂਦਾ ਹੈ, ਤਾਂ ਫਿਰ ਉਹਦੇ ਕੋਲੇ ਕਾਰਜ ਕੀ ਰਹਿ ਜਾਂਦਾ? ਇੱਕ ਕਿ ਉਹ ਸਿਫਤ ਸਲਾਹ ਹੀ ਕਰ ਸਕਦਾ। ਉਹਨੂੰ ਨਿਰੰਕਾਰ ਦੇ ਸਾਰੇ ਰੂਪ ਹੀ ਪਸੰਦ ਆਉਂਦੇ ਆ। ਬੇਸ਼ੱਕ ਉਹ ਸਿਰਜਣਾ ਦੇ ਰੂਪ 'ਚ, ਬੇਸ਼ੱਕ ਉਹ ਪਾਲਣਾ ਦੇ ਰੂਪ 'ਚ ਹੈ, ਬੇਸ਼ੱਕ ਉਹ ਨਾਸ ਕਰਨ ਦੇ ਰੂਪ 'ਚ ਹੈ। ਜੋ ਵੀ ਕਰਦਾ ਹੈ ਉਹੀ ਕਰਦਾ ਹੈ, ਇਹ ਦਿਸਣ ਲੱਗ ਜਾਂਦਾ। ਅਤੇ ਅੰਦਰੋਂ ਫਿਰ ਇੱਕ ਸ਼ੁਕਰਾਨਾ ਹੀ ਨਿਕਲਦਾ ਕਿ ਹੇ ਮਾਲਕਾ ਤੂੰ ਬੇਅੰਤ ਹੈ, ਬੇਅੰਤ ਹੈ, ਤੇਰੀਆਂ ਖੇਡਾਂ ਬੇਅੰਤ ਹੈ। ਹਰ ਜੀਓ ਤੁਧ ਨੂੰ ਸਦਾ ਸਲਾਹੀ ਪਿਆਰੇ, ਜਿਚਰ ਘਟ ਅੰਤਰ ਹੈ ਸਾਸਾ। ਸਾਡਾ ਤਾਂ ਹੁਣ ਨਿਯਮ ਬਣ ਚੁੱਕਿਆ। ਮਹਾਰਾਜ ਕਹਿੰਦੇ ਕਿ ਜਦੋਂ ਵੀ ਕਰਦੇ ਹਾਂ ਤੇਰੀ ਸਲਾਹਤਾ ਕਰਦੇ ਹਾਂ ਪਿਆਰਿਆ। ਹਰ ਜੀਓ ਪਰਮ ਪਿਤਾ ਪਰਮਾਤਮਾ ਪਰਵਦਗਾਰ ਜਗਨਨਾਥ, ਤੂੰ ਜਿਹੜਾ ਜਗਤ ਨੂੰ ਪਾਲਣ ਵਾਲਾ ਹੈ। ਬ੍ਰਹਮੰਡ ਦੇ ਨਿਯਮਾਂ ਦੀ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ, ਜਿਹਦੀ ਅਸੀਂ ਇੱਕ ਮਨ ਇੱਕ ਚਿੱਤ ਹੋ ਕੇ ਸਲਾਹਤਾ ਕਰਦੇ ਆ ਨਾ। ਬੇਸ਼ੱਕ ਉਹ ਦੁਨੀਆ ਦਾ ਕੋਈ ਬੰਦਾ, ਬੇਸ਼ੱਕ ਕੋਈ ਆਮ ਪ੍ਰਾਣੀ ਹੈ, ਪਰ ਜਦੋਂ ਅਸੀਂ ਸਲਾਹਤਾ ਕਰਦੇ ਹਾਂ, ਸਾਡੀ ਸਾਰੀ ਊਰਜਾ ਉੱਧਰ ਨੂੰ ਬਹਿਣੀ ਸ਼ੁਰੂ ਹੋ ਜਾਂਦੀ ਹੈ ਜਿੱਧਰ ਨੂੰ ਸਲਾਹਤਾ ਤੁਰਦੀ ਹੈ। ਅਤੇ ਉਹ ਸਲਾਹਤਾ ਜਿਹੜੀ ਬਹਿੰਦੀ ਆ ਊਰਜਾ, ਫਿਰ ਉਹ ਬਹੁਤ ਕੁਛ ਕੱਟ ਕੇ ਲੈ ਜਾਂਦੀ ਹੈ। ਉਹ ਆਨੰਦ ਦਾ ਸਮਾਂ ਬਣਾ ਦਿੰਦੀ ਹੈ, ਖੁਸ਼ੀਆਂ ਖੇੜੇ ਵਰਤਾਉਂਦੀ ਹੈ। ਅਸੀਂ ਵੇਖਦੇ ਹਾਂ ਨਾ, ਜਦੋਂ ਇਕੱਠਾਂ ਦੇ ਵਿੱਚ ਕੋਈ ਸਲਾਹਤਾ ਵਾਲੇ ਲੋਕ ਆਉਂਦੇ ਆ, 4 ਚੰਗੇ ਬਚਨ ਬੋਲਦੇ ਆ, ਅਤੇ ਪੂਰਾ ਇਲਾਕਾ ਸਨਮਾਨਿਤ ਮਹਿਸੂਸ ਕਰਦਾ, ਪੂਰੀ ਕੌਮ ਸਨਮਾਨਿਤ ਮਹਿਸੂਸ ਕਰਦੀ ਹੈ ਸਲਾਹਤਾ ਵਾਲੇ ਬੋਲਾਂ ਨਾਲ।
ਪੂਰਾ ਦੇਸ਼, ਪੂਰੀ ਕੰਟਰੀ ਸਨਮਾਨਿਤ ਮਹਿਸੂਸ ਕਰਦੀ ਹੈ ਜਦੋਂ ਕੋਈ ਵੱਡਾ ਬੰਦਾ ਆ ਕੇ ਸਾਡੇ ਲਈ ਦੋ ਲਫ਼ਜ਼ ਬੋਲਦਾ। ਪਰ ਉਹੀ ਜੇ ਮਜ਼ਾਕ ਕਰ ਜਾਵੇ ਜਾਂ ਕੋਈ ਘਟੀਆ ਪੱਧਰ ਦੀ ਸ਼ਬਦਾਵਲੀ ਵਰਤੇ ਸਾਡੀ ਕੌਮ ਲਈ, ਸਾਡੇ ਦੇਸ਼ ਲਈ, ਸਾਡੇ ਲਈ, ਤੇ ਕੀ ਹੋ ਜਾਂਦਾ? ਸਾਰੀ ਊਰਜਾ ਦੇ ਵਿੱਚ ਜ਼ਹਿਰ ਘੁਲ ਜਾਂਦੀ ਹੈ। ਅਸੀਂ ਦੇਖਦੇ ਹਾਂ ਨਾ, ਦੰਗੇ ਤੱਕ ਹੋ ਜਾਂਦੇ ਆ। ਕਿਉਂ? ਕਿਉਂਕਿ ਉਹ ਕਾਲੀ ਐਨਰਜੀ ਆ ਜਿਹੜੀ ਗਲਤ ਬੋਲਣ ਨਾਲ ਪੈਦਾ ਹੁੰਦੀ ਆ, ਤੇ ਜੇ ਗਲਤ ਬੋਲਣ ਨਾਲ ਦੰਗੇ ਤੱਕ ਹੋ ਸਕਦੇ ਆ ਤਾਂ ਸਹੀ ਬੋਲਣ ਨਾਲ ਜੱਫੀਆਂ ਵੀ ਪੈ ਸਕਦੀਆਂ। ਇਸੇ ਕਰਕੇ ਸਤਿਗੁਰੂ ਕਹਿੰਦੇ ਜਿਹਨੂੰ ਪਿਆਰੇ ਦੀ ਸਮਝ ਆ ਜਾਂਦੀ ਹੈ ਨਾ, ਉਹ ਜਿੰਨਾ ਚਿਰ ਸਾਹ ਸਰੀਰ 'ਚ ਸਲਾਉਂਦਾ ਹੀ ਆ। ਸਾਰੇ ਰੂਪ ਹੀ ਉਹਦੇ ਮਨ ਦਾ। ਇੱਕ ਪਲ ਖਿਨ ਵਿਸਰਹਿ ਤੂੰ ਸੁਆਮੀ, ਜਾਣੋ ਬਰਸ 85। ਪਹਿਲਾਂ ਮਿਲਾਪ ਹੋਵੇ ਫਿਰ ਆ ਗੱਲ ਮਹਿਸੂਸ ਹੋਊਗੀ। ਜੇ ਦੁਨਿਆਵੀ ਉਦਾਹਰਨ ਵੀ ਅਸੀਂ ਲੈ ਲਈਏ ਨਾ, ਮੰਨ ਲਓ ਸਾਡਾ ਕੋਈ ਮਿੱਤਰ ਆ, ਸਾਨੂੰ ਜਾਣ ਤੋਂ ਪਿਆਰਾ ਹੋ ਗਿਆ, ਉਹ ਜਦੋਂ ਮਿਲਿਆ ਨਹੀਂ ਸੀ ਉਦੋਂ ਤਾਂ ਨਹੀਂ ਨਾ ਅਸੀਂ ਵਿਛੋੜੇ ਦਾ ਅਹਿਸਾਸ ਕਰ ਸਕਦੇ। ਉਦੋਂ ਤਾਂ ਠੀਕ ਹੈ, ਕਿਸੇ ਦੇ ਕਹੇ ਗੱਲਾਂ ਸੁਣ ਸਕਦੇ ਹਾਂ, ਕਿਸੇ ਦੇ ਗਾਏ ਗੀਤ ਸੁਣ ਸਕਦੇ ਹਾਂ, ਸਾਨੂੰ ਰਾਗ ਚੰਗਾ ਲੱਗ ਸਕਦਾ, ਸਾਨੂੰ ਸ਼ਬਦ ਚੰਗੇ ਲੱਗ ਸਕਦੇ ਆ, ਪਰ ਸਾਨੂੰ ਅਨੁਭਵ ਨਹੀਂ ਹੁੰਦਾ। ਪਰ ਜਦੋਂ ਮਿਲਾਪ ਤੋਂ ਬਾਅਦ, ਇੱਕ ਜਿੰਦ ਜਾਨ ਹੋਣ ਤੋਂ ਬਾਅਦ ਕੋਈ ਵਿਛੜਦਾ ਹੈ, ਦੂਰ ਜਾਂਦਾ ਹੈ, ਉਦੋਂ ਪਤਾ ਲੱਗਦਾ ਇੱਕ ਪਲ ਪਲ ਦਾ ਵਿਛੋੜਾ ਕਿਹਨੂੰ ਕਹਿੰਦੇ ਆ। ਉਦੋਂ ਦਿਨ ਕਿਵੇਂ ਗੁਜ਼ਰਦੇ ਆ, ਰਾਤਾਂ ਕਿਵੇਂ ਗੁਜ਼ਰਦੀਆਂ, ਇਹ ਉਹੀ ਜਾਣਦਾ ਜਿਹਦਾ ਵਿਛੋੜਾ ਪੈਂਦਾ। ਫਿਰ ਇਹ ਜਾਣੇ ਹੋਏ ਜਿਹੜੇ ਮਹਾਂਪੁਰਸ਼ ਆ ਨਾ, ਜਿਨ੍ਹਾਂ ਨੇ ਜਾਣਿਆ, ਉਹਨਾਂ ਨੇ ਲਿਖਿਆ ਕਿ ਇੱਕ ਪਲ ਖਿਨ, ਖਿਨ ਕਿੰਨਾ ਹੁੰਦਾ? ਸਕਿੰਟ ਦਾ ਵੀ ਕੁਛ ਹਿੱਸਾ। ਵਿਸਰਹਿ ਤੂੰ ਸੁਆਮੀ, ਜਾਣੋ ਵਰਸ 85। ਇੱਕ ਵਾਰੀ ਕੋਈ ਲਿਵ ਟੁੱਟ ਜੇ, ਕਿਸੇ ਹੋਰ ਪਾਸੇ ਚਲੀ ਜਾਵੇ, ਕਿਉਂਕਿ ਇੱਕ ਤਾਰ ਹੀ ਆ ਨਾ, ਉੱਧਰੋਂ ਪੱਟਣੀ ਆ, ਉੱਧਰ ਪਾ ਦੇਣੀ ਆ। ਜਿਹੜਾ ਪਲੱਗ AC ਦਾ ਪਾਇਆ ਹੋਇਆ ਸੀ, ਠੰਡ ਦੇ ਰਿਹਾ ਸੀ ਕਮਰੇ 'ਚ, ਕਿਸੇ ਨੇ ਜਾਣੇ ਅਣਜਾਣੇ ਕੱਢ ਕੇ ਹੀਟਰ ਵਾਲਾ ਪਾਤਾ, ਬਸ ਫਿਰ ਅੱਗ ਵਰ੍ਹਨੀ ਸ਼ੁਰੂ ਹੋ ਗਈ। ਉਹ ਫਿਰ ਜਿੰਨੇ ਮਿੰਟ, ਜਿੰਨੇ ਸਕਿੰਟ ਰਿਹਾ, ਉਦੋਂ ਉਨੇ ਚਿਰ ਕੰਮ ਕਰ ਦਿੰਦਾ ਉਹ। ਅਤੇ ਸਤਿਗੁਰੂ ਕਹਿੰਦੇ ਫਿਰ ਐਂ ਲੱਗਦਾ ਕਿ ਉਦੋਂ ਜਦੋਂ ਟੋਟੇ ਦਾ ਕੰਮ ਚੱਲਦਾ, ਕਈ ਵਾਰੀ ਉੱਧਰਲੇ ਵਿਧਾਨ ਅਨੁਸਾਰ ਵੀ ਟੋਟਾ ਪੈਂਦਾ। ਜਿਵੇਂ ਸੂਰਜ ਦੇ ਸਾਹਮਣੇ ਬੱਦਲੀ ਆ ਜਾਂਦੀ ਹੈ, ਰੌਸ਼ਨੀ ਛੁਪ ਜਾਂਦੀ ਹੈ, ਜਾਂ ਗ੍ਰਹਿਣ ਲੱਗ ਜਾਂਦਾ ਹੈ। ਜਿਵੇਂ ਚੰਦਰਮਾ ਦੇ ਸਾਹਮਣੇ ਬੱਦਲ ਆ ਜੇ ਤਾਂ ਹਨੇਰਾ ਜਿਹਾ ਛਾ ਜਾਂਦਾ ਹੈ। ਇਸ ਤਰ੍ਹਾਂ ਜਦੋਂ ਕਿਤੇ ਉਹਦੇ ਤੇ ਸਾਡੇ ਸੰਨ 'ਚ ਕੋਈ ਆਉਂਦਾ ਨਾ ਵਿਕਾਰ, ਕੋਈ ਮਾਇਆਵੀ ਸ਼ਕਤੀਆਂ ਆਉਂਦੀਆਂ, ਤੇ ਸਾਨੂੰ ਤੜਪਣਾ ਲੱਗ ਜਾਂਦੀ ਹੈ ਕਿ ਇਹ ਕੀ ਹੋ ਗਿਆ। ਹਮ ਮੂੜ ਮੁਗਧ ਸਦਾ ਸੇ ਭਾਈ, ਗੁਰ ਕੈ ਸ਼ਬਦ ਪ੍ਰਗਾਸਾ। ਮਹਾਰਾਜ ਕਹਿੰਦੇ ਭਾਈ ਦੁਨੀਆ ਦੇ ਲੋਕ, ਅਸੀਂ ਸਾਰੇ ਅਸੀਂ ਤਾਂ ਮੂੜ ਆ, ਸਾਨੂੰ ਬਹੁਤਾ ਕੀ ਪਤਾ। ਮੁਗਧ, ਮੂਰਖ ਹਾਂ ਸਦਾ ਤੋਂ ਹੀ। ਕਿਉਂਕਿ ਮੂਰਖ ਅਸੀਂ ਕਿਹੜੀ ਗੱਲੋਂ ਆ? ਸਾਨੂੰ ਸ਼ਿਵ ਸ਼ਕਤੀ ਦੇ ਖੇਲ ਅਧੀਨ ਇੱਥੇ ਭੇਜਿਆ ਗਿਆ, ਤੇ ਅਸੀਂ ਜਦੋਂ ਵੀ ਚੋਣ ਕਰਦੇ ਹਾਂ ਸ਼ਕਤੀ ਦੀ ਕਰਦੇ ਹਾਂ। ਸ਼ਕਤੀ ਦੇ ਆਪਣੇ ਨਿਯਮ ਹੈ, ਤੇ ਜਿੰਨਾ ਚਿਰ ਸ਼ਿਵ ਵਾਲੇ ਪਾਸੇ ਮੂੰਹ ਨਹੀਂ ਹੁੰਦਾ, ਪਰਮ ਪਿਤਾ ਪਰਮਾਤਮਾ ਵਾਲੇ ਪਾਸੇ ਮੂੰਹ ਨਹੀਂ ਹੁੰਦਾ, ਅਸੀਂ ਮੂਰਖ ਹੀ ਸਿੱਧ ਹੋਈ ਜਾਂਦੇ ਹਾਂ। ਦੁਨੀਆ ਦੀਆਂ ਪਾਵਰਾਂ ਜਿੰਨੀਆਂ ਮਰਜ਼ੀ ਆ ਜਾਣ, ਐਂਡ ਨੂੰ ਜ਼ੀਰੋ ਆ। ਸ਼ਿਵ ਵਾਲੇ ਪਾਸੇ ਬੇਸ਼ੱਕ ਇੱਕ ਕਿਣਕਾ ਵੀ ਬਣ ਜੇ, ਉਹੀ ਤਾਰ ਕੇ ਲੈ ਜਾਂਦਾ। ਮਹਾਰਾਜ ਕਹਿੰਦੇ ਹਮ ਮੂੜ ਮੁਗਧ ਸਦਾ ਸੇ ਭਾਈ, ਗੁਰ ਕੈ ਸ਼ਬਦ ਪ੍ਰਗਾਸਾ। ਜਿਹੜਾ ਉਹਦਾ ਸ਼ਬਦ ਆ ਨਾ, ਸਰਬ ਵਿਆਪਕ ਹੈ, ਕਣ ਕਣ ਦੇ ਵਿੱਚ ਆ, ਉਹਦੇ ਨਾਦ ਚੱਲ ਰਹੇ ਆ। ਉਹਦਾ ਆਪਣਾ ਹੀ ਇੱਕ ਸਿਸਟਮ ਆ ਸਾਰਾ, ਜਿਹਦੇ ਨਾਲ ਅਸੀਂ ਜੁੜਦੇ ਹਾਂ, ਅਤੇ ਉਹ ਅੰਤਰਾਤਮੇ ਪ੍ਰਕਾਸ਼ ਦਿੰਦਾ, ਇੱਕ ਸੋਝੀ ਦਿੰਦਾ, ਇੱਕ ਸਮਝ ਦਿੰਦਾ, ਕਿਰਪਾ ਕਰਦਾ ਸਾਡੇ 'ਤੇ। ਹਰ ਜੀਓ ਤੁਮ ਆਪੇ ਦਿਓ ਬੁਝਾਈ। ਫਿਰ ਬੇਨਤੀ ਕੀ ਆ? ਅਸੀਂ ਇਹ ਗੱਲ ਨੂੰ ਸਮਝ ਗਏ ਕਿ ਜਿਵੇਂ ਕੋਈ ਸਾਨੂੰ ਸਿਖਾਉਂਦਾ ਨਾ ਕਿ ਅਰਜੀ ਲਿਖਣੀ ਹੈ, ਜਿਹੜਾ ਲਿਖਣ ਜਾਣਦਾ ਭਾਈ ਉਹ ਤੋਂ ਲਿਖਾਇਓ ਸਹੀ, SOP ਕਿਵੇਂ ਲਿਖਦਾ ਉਹ। ਹਰ ਜੀਓ ਤੁਮ ਆਪੇ ਦੇ ਬੁਝਾਈ। ਸਤਿਗੁਰੂ ਸਾਨੂੰ ਸਿਖਾ ਰਹੇ ਆ ਕਿ ਉਹਦੀਆਂ ਸ਼ਕਤੀਆਂ ਸਾਹਮਣੇ, ਉਹਦੇ ਸਾਹਮਣੇ ਆਪਣੀਆਂ ਚਤਰਾਈਆਂ, ਆਪਣੀਆਂ ਸਿਆਣਪਾਂ ਕਿਸੇ ਕੰਮ ਵੀ ਨਹੀਂ ਆਉਂਦੀਆਂ। ਹੱਥ ਜੋੜ ਲਓ, ਸਰੈਂਡਰ ਕਰ ਦਿਓ ਕਿ ਮਾਲਕਾ ਤੂੰ ਕੋਈ ਹਸਤੀ ਹੈ। ਦੇਖੋ ਅੱਖਾਂ ਖੋਲ੍ਹ ਕੇ ਕਿ ਐਡਾ ਸੰਸਾਰ ਕਿਵੇਂ ਚੱਲ ਰਿਹਾ, ਕਿਵੇਂ ਇੰਨਾ ਕੁਛ ਪੈਦਾ ਹੋ ਰਿਹਾ, ਅਤੇ ਪੈਦਾ ਦੇ ਵਿੱਚ ਪੈਦਾਇਸ਼ ਹੋ ਰਹੀ ਹੈ। ਅੰਡਜ ਜੇਰਜ ਸਿਹਤ ਜੁੱਤ ਭੁੱਜ ਕਿਵੇਂ ਹੋ ਰਿਹਾ, ਸਾਰਾ ਕੁਛ ਕੌਣ ਕਰ ਰਿਹਾ। ਜਦੋਂ ਬਰੀਕੀ ਨਾਲ ਜਾਓਗੇ ਦੇਖੋਗੇ ਕਿ ਮੈਂ ਵੀ ਇੱਕ ਦਿਨ 5 ਕਿਲੋ ਦਾ ਸੀ, ਅੱਜ ਕੁਆਟਲ ਤੋਂ ਉੱਤੇ ਦਾ ਹੋਇਆ ਬੈਠਾ। ਕਿਹਨੇ ਕਰਤਾ?
ਕੌਣ ਮੈਨੂੰ ਐਡਾ ਕਰਦਾ? ਕੌਣ ਆ ਜਿਹੜਾ ਬਦਲ ਰਿਹਾ ਅੰਦਰ ਰੋਜ਼-ਰੋਜ਼? 5 ਸਾਲ ਪੁਰਾਣੀ ਫੋਟੋ ਚੱਕ ਕੇ ਦੇਖ ਲਿਓ, ਹੁਣ ਦੀ ਵੇਖ ਲਿਓ, ਕਿਹਨੇ ਫਰਕ ਪਾਤੇ? ਆਪਾਂ ਤਾਂ ਪਵਾਏ ਨਹੀਂ ਕਿਸੇ ਤੋਂ, ਆਪਾਂ ਤਾਂ ਕਿਹਾ ਨਹੀਂ। ਮਹਾਰਾਜ ਕਹਿੰਦੇ ਹੱਥ ਜੋੜ ਲਓ, ਉਹਦੇ ਸਾਹਮਣੇ ਸਰੈਂਡਰ ਕਰ ਦਿਓ। ਜੋ ਤੁਧ ਭਾਵੈ ਨਾਨਕਾ ਸਾਈ ਗੱਲ ਚੰਗੀ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਉਸੇ ਤੇ ਛੱਡ ਦਿਓ। ਮਹਾਰਾਜ ਕਹਿੰਦੇ ਸਾਨੂੰ ਬੁਝਾ ਦੇ। ਬੁੱਝਣਾ ਕੀ ਹੁੰਦਾ? ਅਸੀਂ ਬਹੁਤ ਜਦੋਂ ਇਹ ਘਟਨਾਵਾਂ ਘਟਦੀਆਂ ਰਹੀਆਂ ਸਾਡੇ ਨਾਲ, ਕੋਈ ਕਰਦੇ ਸੀ ਆਪਦੀਆਂ ਸਾਧਨਾਵਾਂ, ਨਾਲ ਦੇ ਪੁੱਛਦੇ ਜਾਂ ਕੋਈ ਉਹਨੇ ਸੰਗਤ ਕਿ ਕਿਵੇਂ ਜੇ ਲੱਗਦਾ ਤੁਹਾਨੂੰ ਵੀ ਕੀ ਹੋ ਗਿਆ, ਫਿਰ ਉਹਦਾ ਦੱਸਣਾ ਵੀ ਐਂ ਜੀ ਹੈ ਜਿਵੇਂ ਆਪਾਂ ਨੂੰ ਕੋਈ ਬਾਤ ਪਾ ਦੇ ਤੇ ਆਪਾਂ ਨੂੰ ਆਉਂਦੀ ਨਾ ਹੋਵੇ, ਤੇ ਆਪਾਂ ਪੂਰਾ ਜੀ ਤੋੜ ਯਤਨ ਕਰੀਏ, ਦਿਮਾਗ ਦੇ ਘੋੜੇ ਸਾਰੇ ਪਾਸੇ ਭਜਾਈਏ ਕਿ ਕੀ ਹੋ ਸਕਦਾ ਹੈ। ਫਿਰ ਸਾਡੇ ਅਵਚੇਤਨ ਦੇ ਵਿੱਚੋਂ ਉਹਦਾ ਜਵਾਬ ਆਉਂਦਾ ਕਿ ਆਹ ਹੋ ਸਕਦਾ ਜਾਂ ਆਹੀ ਆ। ਤੇ ਜਦੋਂ ਅਸੀਂ ਉਹ ਬਾਤ ਬੁੱਝ ਦਿੰਦੇ ਹਾਂ ਤੇ ਉਹਨੂੰ ਦੱਸਦੇ ਹਾਂ ਵੀ ਆਹ, ਤੇ ਉਹ ਵੀ ਉੱਚੀ ਦਿਨੇ ਹੱਸਦਾ ਲਈ ਬੜਾ ਵੱਜਿਆ, ਠੀਕ ਹੈ ਇਹੀ ਹੈ। ਹੁਣ ਹੋ ਕੇ ਗਿਆ, ਨਾ ਤਾਂ ਉਹਨੇ ਸਾਨੂੰ ਕੁਝ ਦਿੱਤਾ, ਨਾ ਸਾਥੋਂ ਕੁਝ ਲੈ ਕੇ ਗਿਆ, ਪਰ ਸਾਨੂੰ ਇੱਕ ਸਮਝ ਦੇ ਗਿਆ। ਸਾਡਾ ਤਪ ਕਰਾ ਕੇ, ਸਾਡੀ ਤਪੱਸਿਆ ਕਰਾ ਕੇ, ਸਾਡੀ ਅੰਦਰੇ ਅੰਦਰ ਇੱਕ ਸਮਝ ਡਿਵੈਲਪ ਹੋਈ, ਉਹਨੂੰ ਬੁੱਝਣ ਤੇ ਸਾਡਾ ਜ਼ੋਰ ਲੱਗਿਆ, ਸਾਡੇ ਮਾਈਂਡ ਨੇ ਕੰਮ ਕੀਤਾ, ਸਾਡੀ ਚੇਤਨਾ ਤੱਕ ਗੱਲ ਪਹੁੰਚੀ, ਉਹਦੇ ਕੋਲੇ ਸਾਰੇ ਜਵਾਬ ਆ। ਅਸੀਂ ਇੰਨਾ ਜ਼ਿਆਦਾ ਤੀਬਰ ਗਤੀ ਨਾਲ ਜ਼ੋਰ ਪਾਇਆ ਦਿਮਾਗ ਤੇ, ਜਿਵੇਂ ਆਪਣੇ ਨਾਲ ਇੱਕ ਘਟਨਾ ਘਟਦੀ ਹੈ ਤੁਹਾਡੇ ਨਾਲ ਵੀ ਆਮ ਹੀ, ਕਿ ਤੁਸੀਂ ਕੋਈ ਕਿਸੇ ਦਾ ਨਾਂ ਯਾਦ ਕਰ ਰਹੇ ਹੋ, ਦੱਸਣਾ ਚਾਹੁੰਦੇ ਹੋ ਗੱਲ ਕਿਸੇ ਨੂੰ, ਤੇ ਤੁਹਾਡੇ ਆ ਹੀ ਨਹੀਂ ਰਿਹਾ। ਜਦ ਤੁਸੀਂ ਕਹਿੰਦੇ ਹੋ ਯਾਰ ਉਹ ਜਵਾਨ ਤੇ ਹੀ ਫਿਰਦਾ, ਬਸ ਤੁਸੀਂ ਸੋਚ ਕੇ 2-4 ਮਿੰਟ ਕਹਿੰਦੇ ਚਲੋ ਕੋਈ ਨਹੀਂ ਫੇਰ ਦੇਖਾਂਗੇ, ਹੋਰ ਗੱਲ ਕਰਨ ਲੱਗ ਜਾਂਦੇ ਆ। ਗੱਲ ਕਰਦੇ ਕਰਦੇ ਚਾਹ ਪੀਂਦੇ ਜਾਂ ਰੋਟੀ ਖਾਂਦੇ, ਉਦੋਂ ਘੰਟਾ ਬਾਅਦ ਜਾਂ 2 ਘੰਟੇ ਬਾਅਦ ਕਲਿੱਕ ਕਰਦਾ ਕੋਈ ਅੰਦਰ ਕਿ ਫਲਾਨਾ, ਤੁਸੀਂ ਕਹਿੰਦੇ ਉਹ ਯਾਦ ਹੀ ਨਹੀਂ ਸੀ ਆ ਰਿਹਾ, ਆਹ ਨਾ ਜਿਹੜੀ ਮੈਂ ਗੱਲ ਕਹਿੰਦਾ ਸੀ, ਆਹ ਕਿਹਨੇ ਭੇਜੀ, ਕਿਹਨੇ ਇਹ ਮਸਲਾ ਹੱਲ ਕਰਕੇ ਦਿੱਤਾ? ਉਹ ਹਰ ਜੀਉ ਅੰਦਰ ਹੀ ਬੈਠਾ, ਉਹਦੀਆਂ ਸ਼ਕਤੀਆਂ ਅਵਚੇਤਨ ਦੇ ਰੂਪ 'ਚ ਪਈਆਂ ਸੁੱਤੀਆਂ। ਜਿੰਨਾ ਚਿਰ ਉਹਨਾਂ ਤੇ ਜ਼ੋਰ ਨਹੀਂ ਪਾਉਂਦੇ, ਜਗਾਉਂਦੇ ਨਹੀਂ, ਉਹ ਕੰਮ ਨਹੀਂ ਕਰਦੀਆਂ। ਜੇ ਬੁੱਝਣ ਬੈਠਾਂਗੇ ਫੇਰ ਹੀ ਕੋਈ ਬੁੱਝਾਂਗੇ ਨਾ। ਤੇ ਸਤਿਗੁਰੂ ਕਹਿੰਦੇ ਹੱਥ ਜੋੜ ਕੇ ਬੇਨਤੀ ਕਰਦੇ ਹੋ, ਹਰ ਜੀਓ ਤੁਮ ਆਪੇ ਦਿਓ ਬੁਝਾਈ। ਇਹ ਬੁੱਝਣਾ ਜਿਹੜੀਆਂ ਬੁਝਾਰਤਾਂ ਤੁਸੀਂ ਕਿਰਪਾ ਕਰੋ, ਆਪੇ ਬੁਝਾ ਦਿਓ, ਮੈਨੂੰ ਸੋਝੀ ਦੇ ਦਿਓ, ਮੇਰੇ ਖੋਪੜ 'ਚ ਸਮਝ ਪਾ ਦਿਓ, ਮੈਨੂੰ ਪਤਾ ਲੱਗ ਜੇ ਕਿ ਤੁਹਾਡਾ ਸਾਰਾ ਸਿਸਟਮ ਹੈ ਕੀ। ਹਰ ਜੀਓ ਤੁਧ ਬਿਟਹੋਂ ਵਾਰਿਆ, ਸਦ ਹੀ ਤੇਰੇ ਨਾਮ ਬਿਟਹੋਂ ਬਲ ਜਾਈ ਰਹਾਓ। ਜਿਵੇਂ ਜਿਵੇਂ ਸਮਝ ਆਉਂਦੀ ਜਾਂਦੀ ਹੈ, ਜਿਵੇਂ ਜਿਵੇਂ ਆਤਮਿਕ ਤਰੱਕੀ ਵੱਧਦੀ ਹੈ, ਜਿਵੇਂ ਜਿਵੇਂ ਸਾਡੀ ਸਾਧਨਾ ਵੱਧਦੀ ਹੈ, ਫਿਰ ਇੱਕ ਪਿਆਰ ਜਾਗਦਾ ਕਿ ਹਰ ਜੀਓ ਤੁਧ ਬਿਟਹੋਂ ਵਾਰਿਆ, ਮੈਂ ਵਾਰੀ ਜਾਵਾਂ, ਮੈਂ ਬਲਿਹਾਰੀ ਜਾਵਾਂ, ਧੰਨ ਹੈ ਤੂੰ, ਧੰਨ ਹੈ ਤੂੰ, ਧੰਨ ਹੈ। ਇੱਕੋ ਹੀ ਗੱਲ ਨਿਕਲੀ ਜਾਂਦੀ ਹੈ ਮੂੰਹ 'ਚੋਂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਧੰਨ ਹੈ ਸਦ ਹੀ ਤੇਰੇ ਨਾਮ ਬਿਟਹੋਂ, ਤੇਰੇ ਨਾਮ ਤੋਂ ਬਲਿਹਾਰੀ ਜਾਵਾਂ, ਸਦਕੇ ਜਾਵਾਂ ਬਲ ਜਾਈ, ਮੈਂ ਬਲਿਹਾਰੀ ਜਾਵਾਂ ਰਹਾਓ। ਜਦੋਂ ਹੀ ਇਹਨਾਂ ਗੱਲਾਂ ਦਾ ਪਤਾ ਲੱਗਦਾ, ਜਦੋਂ ਹੀ ਸ਼ਕਤੀਆਂ ਰੰਗ ਦਿਖਾਉਣੇ ਸ਼ੁਰੂ ਕਰਦੀਆਂ, ਉਹ ਆਪਣਾ ਰੂਪ ਪ੍ਰਗਟ ਕਰਨਾ ਸ਼ੁਰੂ ਕਰਦਾ। ਜਿਹੜੇ ਪਹਿਲਾਂ ਪੱਥਰ ਦੀਂਦੇ ਸੀ, ਪੱਥਰ ਨਹੀਂ ਲੱਗਦੇ। ਜਿਹੜੀਆਂ ਪਹਿਲਾਂ ਮੂਰਤਾਂ ਦੀਂਦੀਆਂ ਸੀ, ਬੁੱਤ ਦੀਂਦੇ ਸੀ, ਪੱਥਰ ਨਹੀਂ, ਬੁੱਤ ਨਹੀਂ ਦੀਂਦੇ। ਨੱਚਦਾ ਦੀਂਦਾ ਉਹ ਕਰਤਾ ਪੁਰਖ, ਹਰ ਚੀਜ਼ ਦੇ ਵਿੱਚ ਉਹਦੀ ਪ੍ਰੈਜੈਂਸ ਦਿੰਦੀ ਹੈ। ਹਮ ਸ਼ਬਦ ਮੂਏ ਸ਼ਬਦ ਮਾਰ ਜਵਾਲੇ ਭਾਈ, ਸ਼ਬਦੇ ਹੀ ਮੁਕਤ ਪਾਈ। ਸਾਡੇ ਤੇ ਵਾਪਰਿਆ ਕੀ? ਅਸੀਂ ਆਪਣਾ ਆਪਾ ਉਹ ਸ਼ਬਦ ਦੇ ਵਿੱਚ ਮਿਲਾਤਾ। ਉਹ ਸ਼ਬਦ ਹੀ ਹੈ ਸਾਰਾ ਕੁਝ। ਸਾਡੀ ਤਾਂ ਇੱਕ ਬਰੀਕ ਜੀ ਫਰੀਕੁਐਂਸੀ ਹੈ, ਇੱਕ ਤੰਦ ਹੈ ਚੇਤਨਾ ਦੀ, ਜਿਹੜੀ ਉਹ ਤੋਂ ਅਲੱਗ ਹੋਈ ਫਿਰਦੀ ਸੀ, ਉਹਦੇ ਵਿੱਚ ਹੀ ਉਹ ਸਮਾਉਣੀ ਸ਼ੁਰੂ ਹੋ ਗਈ। ਤੇ ਜਦੋਂ ਵਿੱਚ ਉਹਦੇ ਗਏ ਤੇ ਸ਼ਬਦ ਮਾਰ ਜਵਾਲੇ ਆਪਣੇ ਵਿੱਚ ਮਿਲਾ ਲਿਆ, ਸਾਡਾ ਪਾਣੀ ਫੜਿਆ ਸਾਗਰ ਦੇ ਵਿੱਚ ਮਿਲਾਤਾ, ਪਰ ਦੁਬਾਰੇ ਸਾਨੂੰ ਮੱਗ ਭਰ ਕੇ ਫੇਰ ਫੜਾਤਾ ਵੀ ਹਾਲ ਹੈ। ਪਰ ਇਹਦਾ ਤੇ ਉਹਦਾ ਹੁਣ ਫਰਕ ਪੈ ਗਿਆ, ਹੁਣ ਅਸੀਂ ਉਹਦਾ ਰੂਪ ਹੋ ਕੇ ਵਿਚਰਾਂਗੇ। ਹਮ ਸ਼ਬਦ ਮੂਏ ਸ਼ਬਦ ਮਾਰ ਜਵਾਲੇ, ਵਿੱਚ ਵੀ ਮਿਲਾ ਲਿਆ, ਜਵਾਲ ਵੀ ਦਿੱਤਾ ਲੈ ਭਾਈ, ਸ਼ਬਦੇ ਹੀ ਮੁਕਤ ਪਾਈ। ਸਾਨੂੰ ਪਤਾ ਲੱਗ ਗਿਆ ਕਿ ਅਸੀਂ ਸ਼ਬਦ ਸਰੂਪ ਹੀ ਹਾਂ, ਹੋਰ ਕੁਛ ਨਹੀਂ। ਜਿੰਨੀਆਂ ਆਇਡੈਂਟੀਟੀਆਂ ਸੰਸਾਰ ਨੇ ਸਾਡੇ ਜਿੰਮੇ ਮੜੀਆਂ ਸੀ, ਤੂੰ ਸਿੱਖ ਹੈ, ਤੂੰ ਹਿੰਦੂ ਹੈ, ਤੂੰ ਮੁਸਲਮਾਨ ਹੈ,
ਤੂੰ ਹਿੰਦੀ ਹੈ, ਪੰਜਾਬੀ ਹੈ, ਤਾਮਲੀ ਹੈ, ਫਲਾਨਾ ਹੈ, ਜੋ ਜੋ ਸਾਡੇ ਜਿੰਮੇ ਮੜਿਆ ਸੀ, ਤੂੰ ਹਿੰਦੁਸਤਾਨੀ ਹੈ, ਪਾਕਿਸਤਾਨੀ ਹੈ, ਜਿੰਨੇ ਵੀ ਆਇਡੈਂਟੀਟੀ ਕਾਰਡ ਸਾਡੇ ਨਾਲ ਲਾਏ ਗਏ ਸੀ ਸਾਰੇ ਖਤਮ ਹੋ ਜਾਂਦੇ ਆ। ਪਤਾ ਲੱਗਦਾ ਹਮ ਸ਼ਬਦ ਮੂਏ ਸ਼ਬਦ ਮਾਰ ਜਵਾਲੇ ਭਾਈ, ਸ਼ਬਦੇ ਹੀ ਮੁਕਤ ਪਾਈ, ਕਿ ਅਸੀਂ ਤਾਂ ਸ਼ਬਦ ਹੀ ਹਾਂ। ਇਹ ਤਾਂ ਮਜਬੂਰੀਆਂ ਨਾ ਰੱਖਣਾ ਪੈਂਦਾ। ਬੋਲ ਚਾਲ ਦੀਆਂ ਗੱਲਾਂ ਇਹ ਕੋਈ ਬਾਹਲੀਆਂ ਗਹਿਰੀਆਂ ਨਹੀਂ ਹੈਗੀਆਂ, ਵਰਤ ਵਰਤਾਵੇ ਦੀਆਂ ਖੇਡਾਂ ਹੈ। ਜਦੋਂ ਪਤਾ ਲੱਗਦਾ ਸੀ ਸ਼ਬਦ ਸਰੂਪਾਂ ਤਾਂ ਮੁਕਤੀ ਹੋ ਜਾਂਦੀ ਹੈ। ਬੰਧਨ ਕਾਹਦਾ ਸੀ? ਆਇਡੈਂਟੀਟੀਆਂ ਕਰਕੇ ਬੰਧਨ ਸੀ। ਜਿੱਦੇ ਉਹ ਖਤਮ ਹੋਈਆਂ ਮੁਕਤੀ ਹੈ। ਸਰੂਪ ਉਹਦਾ ਹੀ ਹੈ, ਸ਼ਬਦ ਦੀ ਇੱਕ ਤਰੰਗ ਹੈ। ਇਹਨੂੰ ਕੀ ਨਾਂ ਦੇਵਾਂਗੇ? ਊਰਜਾ। ਸ਼ਬਦੇ ਮਨ ਤਨ ਨਿਰਮਲ ਹੋਆ, ਹਰ ਵਸਿਆ ਮਨ ਆਈ। ਤੇ ਉਹ ਸ਼ਬਦ ਨੇ ਵਿਆਪਣਾ, ਵਿਆਪਤਾ ਉਹ ਰਿਹਾ ਹੀ ਆ, ਉਹ ਹਰ ਥਾਂ ਹੀ ਆ। ਔਰ ਸਾਨੂੰ ਜਦੋਂ ਸਮਝ ਪੈਂਦੀ ਆ, ਸਾਡੇ ਮਨ ਦੇ ਵਿੱਚ ਉਹਦੇ ਰੌਂ ਆਉਂਦੇ ਆ, ਉਹ ਪਾਤਸ਼ਾਹ ਉਹਦੇ ਖਿਆਲ ਦਿੰਦਾ, ਆਪਣੀ ਬਾਣੀ ਦਿੰਦਾ, ਆਪਣੀ ਪ੍ਰੈਜੈਂਸ ਨੂੰ ਵਧਾਉਣਾ ਸ਼ੁਰੂ ਕਰਦਾ, ਤੇ ਸ਼ਬਦੇ ਮਨ ਤਨ ਨਿਰਮਲ ਹੋਆ। ਮਨ ਵੀ ਨਿਰਮਲ ਹੁੰਦਾ, ਤਨ ਵੀ। ਇਹ ਦੋਨੋਂ ਮਿਲੇ ਹੋਏ ਆ। ਇਹੀ ਕਾਰਨ ਆ ਕਿ ਜੇ ਕੋਈ ਤਨ ਤੋਂ ਗੰਦਾ ਰਹੇ, ਮਨ ਜਿੰਨਾ ਮਰਜ਼ੀ ਸਾਫ਼ ਹੋਵੇ, ਸਾਨੂੰ ਚੰਗਾ ਨਹੀਂ ਲੱਗਦਾ। ਕਿਉਂਕਿ ਜੇ ਅੰਦਰ ਸਫਾਈ ਆ ਤਾਂ ਬਾਹਰੋਂ ਸਫਾਈ ਕੁਦਰਤੀ ਹੋਣੀ ਸ਼ੁਰੂ ਹੋ ਜਾਂਦੀ ਹੈ। ਜਿਹੜਾ ਬੰਦਾ ਸਫਾਈ ਪਸੰਦ ਆ ਉਹ ਬਾਹਰੋਂ ਗੰਦੇ ਥਾਂ ਬਹਿ ਨਹੀਂ ਸਕਦਾ। ਇਹ ਨਿਯਮ ਹੈ। ਜਦੋਂ ਹੀ ਮਨ ਨਿਰਮਲ ਹੋਣਾ, ਤਨ ਵੀ ਨਿਰਮਲ ਹੋਣਾ। ਸ਼ਬਦੇ ਮਨ ਤਨ ਨਿਰਮਲ ਹੋਆ, ਹਰ ਵਸਿਆ ਮਨ ਆਈ। ਤੁਸੀਂ ਦੇਖੋ, ਪਹਿਲਾਂ ਨਿਰਮਲਤਾ ਆਉਣੀ ਆ, ਪਵਿੱਤਰਤਾ ਆਉਣੀ ਆ, ਫਿਰ ਉਹਨੇ ਪੂਰਨ ਰੂਪ 'ਚ ਪ੍ਰਗਟ ਹੋਣਾ, ਫਿਰ ਉਹਨੇ ਵਸਣਾ ਹੈ। ਬਹੁਤ ਜ਼ਿਆਦਾ ਰਹਿਮਤਾਂ ਬਰੀਕੀ ਨਾਲ ਸਮਝਾ ਰਹੇ ਸਤਿਗੁਰੂ। ਬੜੀ ਮਿਹਨਤ ਕੀਤੀ, ਬੜੀ ਸਾਰਾ ਦਿਨ ਇਹੀ ਮਿਹਨਤ ਸਤਿਗੁਰਾਂ ਦੀ। ਪਹਿਲਾਂ 4 ਉਦਾਸੀਆਂ, ਫਿਰ ਜਦੋਂ ਭਾਈ ਲਹਿਣਾ ਜੀ ਆਏ, ਦੂਸਰੇ ਪਾਤਸ਼ਾਹ ਰਹੇ, ਸੁਬਾਹ ਤੋਂ ਦੀਵਾਨ, ਦੁਪਹਿਰੇ ਸੰਗਤਾਂ ਨੂੰ ਮਿਲ ਕੇ ਦੱਸਣਾ, ਸ਼ਾਮ ਨੂੰ ਫੇਰ ਦੀਵਾਨ। ਅਸੀਂ ਇਹ ਗੱਲ ਭੁੱਲ ਹੀ ਚੁੱਕੇ ਹਾਂ ਕਿ ਉਹ ਦੱਸਦੇ ਕੀ ਸੀ। ਸਾਡੇ ਤਾਂ ਪੱਲੇ ਸਿਰਫ ਇੰਨੀ ਕੁ ਗੱਲ ਪਈ ਆ, ਇਤਿਹਾਸਕਾਰਾਂ ਨੇ ਪਾਈ ਆ, ਕਿ ਪਿਛਲੇ ਜਿਹੜੇ ਜੰਗਾਂ ਯੁੱਧਾਂ ਦਾ ਸਮਾਂ ਸਤਿਗੁਰੂ ਦਾ, ਉਹਦਾ ਇਤਿਹਾਸ ਅਸੀਂ ਪੜ੍ਹੀ ਜਾਂਦੇ ਹਾਂ, ਗਾਈ ਜਾਂਦੇ ਹਾਂ, ਤੇ ਉਦੋਂ ਬਾਅਦ ਦੀਆਂ ਘਟਨਾਵਾਂ ਸਾਡੇ ਤਾਂ ਇਹ ਚੇਤੇ ਵੀ ਨਹੀਂ ਆਉਂਦਾ ਕਿ 10ਵੇਂ ਪਾਤਸ਼ਾਹ 29 ਸਾਲ ਦੇ ਸਮੇਂ ਦੇ ਅਧੀਨ ਤਕਰੀਬਨ ਅਨੰਦਪੁਰ ਸਾਹਿਬ, ਤਕਰੀਬਨ ਕਿਉਂਕਿ ਮੈਂ ਇਤਿਹਾਸਕਾਰ ਨਹੀਂ ਹਾਂ, ਉੱਥੇ ਰਹੇ। ਜਿਹੜਾ ਪਹਿਲਾ ਸਮਾਂ ਸੀ ਜਦੋਂ ਜੰਗ ਯੁੱਧ ਨਹੀਂ ਸੀਗੇ, ਖਾਲਸਾ ਸਾਜਨਾ ਨਹੀਂ ਕੀਤੀ ਸੀ, ਉਦੋਂ ਪਹਿਲਾਂ ਸੰਗਤਾਂ ਜਾਂਦੀਆਂ ਸੀ, 4-4 ਮਹੀਨੇ ਰਹਿੰਦੀਆਂ ਸੀ, ਦੂਰ ਤੋਂ ਆਉਂਦੀਆਂ ਸੀ, ਮਿਲਦੀਆਂ ਸੀ। ਪਾਤਸ਼ਾਹ ਨਹੀਂ ਕਿਤੇ ਗਏ ਪ੍ਰਚਾਰ ਕਰਨ, ਸੰਗਤਾਂ ਆਉਂਦੀਆਂ ਸੀ ਕਾਬਲ ਕੰਧਾਰ ਤੱਕ ਦੀਆਂ। ਕੀ ਕਰਾਉਂਦੇ ਸੀ ਉਦੋਂ? ਕਿਹੜੀਆਂ ਸਾਧਨਾਵਾਂ ਸੀ ਜਿਹੜੀਆਂ ਕਰਾਉਂਦੇ ਸੀ? ਇਹ ਹਰੀ ਨਾਲ ਜੁੜਨ ਵਾਸਤੇ ਬੜੀਆਂ ਸਾਧਨਾਵਾਂ ਆਪਣੇ ਆਪ ਹੀ ਹੁੰਦੀਆਂ ਰਹਿੰਦੀਆਂ ਸਤਿਗੁਰੂ ਦੀ ਹਜ਼ੂਰੀ 'ਚ। ਸਾਰਾ ਕਰਨਾ ਪੈਂਦਾ। ਜਿੱਦੇ ਅਸੀਂ ਇਹਨਾਂ ਗੱਲਾਂ 'ਤੇ ਧਿਆਨ ਦੇਵਾਂਗੇ ਕਿ ਤਪ ਦਾ ਸਾਧਨ ਹੈ, ਇਹ ਕੱਲੀਆਂ ਉਵੇਂ ਜੀਵਨ ਜਾਂਚਾ ਨਹੀਂ ਜਿਵੇਂ ਪ੍ਰਚਾਰਿਆ ਜਾ ਰਿਹਾ ਹੈ। ਜੇ ਕੁਛ ਮਿਲਦਾ ਤਪ ਕਰਕੇ ਹੀ ਮਿਲਦਾ। ਜੇ ਕੋਈ ਕਹੇ ਕਿ ਮੈਂ ਜਿੰਮ ਵਾਲੀਆਂ ਕਿਤਾਬਾਂ ਪੜ੍ਹ ਕੇ ਆਪਦੇ ਡੌਲੇ ਬਣਾ ਲੂੰਗਾ, 6 ਪੈਕ ਬਣਾ ਲੂੰਗਾ, ਐਂ ਕਿਤਾਬਾਂ ਪੜ੍ਹ ਕੇ ਨਹੀਂ ਬਣਦੇ। ਜਿੰਮ 'ਚ ਜਾ ਕੇ ਵਰਕ ਕਰਨਾ ਪੈਂਦਾ। ਜੀਵਨ ਜਾਂਚ ਪ੍ਰਵਚਨਾਂ ਨਾਲ ਨਹੀਂ ਆਉਂਦੀ। ਊਰਜਾ ਨੂੰ ਸਾਂਭਣਾ ਪੈਂਦਾ, ਊਰਜਾ ਨੂੰ ਲੇਖੇ ਲਾਉਣਾ ਪੈਂਦਾ। ਉਹ ਸਤਿਗੁਰੂ ਲਵਾਉਂਦਾ। ਸ਼ਬਦ ਗੁਰ ਦਾਤਾ ਜਿਤ ਮਨ ਰਾਤਾ, ਹਰ ਸਿਉ ਰਿਹਾ ਸਮਾਈ। ਫਿਰ ਉਹ ਜਿਹੜਾ ਗੁਰੂ ਦਾ ਸ਼ਬਦ ਆ ਨਾ, ਜਿਹੜਾ ਗੁਰੂ ਸਾਹਮਣੇ ਆ ਉਹਦਾ ਸ਼ਬਦ ਤੇ ਉਹ ਸ਼ਬਦ ਇੱਕੋ ਹੀ ਰੂਪ ਧਾਰਨ ਕਰਦੇ ਆ। ਜਿਤ ਮਨ ਰਾਤਾ, ਸਾਡਾ ਮਨ ਗੁਰੂ ਦੇ ਸ਼ਬਦ ਰਾਹੀਂ ਉਸ ਸ਼ਬਦ ਤੱਕ ਪਹੁੰਚਦਾ। ਹਰ ਸਿਉ ਰਿਹਾ ਸਮਾਈ, ਜਿਹੜਾ ਹਰੀ ਦੇ ਵਿੱਚ ਸਮਾਇਆ ਹੋਇਆ। ਤੇ ਸਾਨੂੰ ਐਂਡ ਤੇ ਜਾ ਕੇ ਪਤਾ ਲੱਗਦਾ ਕਿ ਬਾਹਰੀ ਗੁਰੂ ਵੀ ਹਰੀ ਆ, ਤੇ ਸ਼ਬਦ ਵੀ ਹਰੀ ਆ, ਤੇ ਆ ਕਾਇਨਾਤ ਵੀ ਹਰੀ ਦਾ ਸਾਖਸ਼ਾਤ ਰੂਪ ਆ। ਇਹ ਅਨੁਭਵ ਸਾਨੂੰ ਹੋਣਾ। ਹੁਣ ਤਾਂ ਸਾਨੂੰ ਗੱਲੀ ਬਾਤੀ ਪਤਾ ਵੀ ਸਭ ਰੱਬ ਦਾ ਹੀ ਆ ਜੀ, ਆਪਾਂ ਕਹਿਣੀ ਆ। ਕਿਹਨੂੰ ਨਹੀਂ ਪਤਾ ਇਹ ਗੱਲ ਦਾ? ਇੱਕ ਦਿਨ ਚਲੇ ਜਾਣਾ ਜੀ ਇੱਥੋਂ, ਬਸ ਐਵੇਂ ਇੱਕ ਸਰਦਾ ਨਹੀਂ ਮੋਹ ਮਾਇਆ ਬਿਨਾ। ਆਹ ਗੱਲਾਂ ਦਾ ਕਿਹਨੂੰ ਨਹੀਂ ਪਤਾ? ਪਤਾ ਸਾਰਿਆਂ ਨੂੰ, ਸਾਰੇ ਗਿਆਨੀ ਹੈ। ਪਰ ਜਦੋਂ ਕੋਈ ਕਰਨਾ ਸ਼ੁਰੂ ਕਰਦਾ, ਅਸਲੀਅਤ ਉਹਨੂੰ ਸਮਝ ਆਉਂਦੀ ਹੈ। ਸ਼ਬਦ ਨਾ ਜਾਣ ਹੈ ਸੇ ਅੰਨੇ ਬੋਲੇ, ਸੇ ਕਿਤ ਆਏ ਸੰਸਾਰਾ। ਮਹਾਰਾਜ ਕਹਿੰਦੇ ਅਸੀਂ ਸ਼ਬਦ ਦੇ ਵਿੱਚੋਂ ਸਾਡੀ ਤਰੰਗ, ਸਾਡੀ ਰੂਪ ਰੇਖਾ ਬਣੀ ਆ।
ਉਹਨੂੰ ਜਾਣਨ ਲਈ ਤੇ ਉਹਦੇ ਬਣਾਏ ਹੋਏ ਬ੍ਰਹਮੰਡ ਦਾ ਆਨੰਦ ਲੈਣ ਲਈ ਸਾਡੀਆਂ ਚੇਤਨਾਵਾਂ ਆਉਂਦੀਆਂ। ਅਸੀਂ ਖੇਡਣ ਆਏ ਹਾਂ ਕੁਝ ਸਮੇਂ ਲਈ, ਨਾ ਇੱਥੇ ਪਹਿਲਾਂ ਰਿਹਾ ਕੋਈ, ਨਾ ਹੁਣ ਰਹਿ ਸਕੂਗਾ, ਨਾ ਗਾਹਾਂ ਨੂੰ ਰਹੂਗਾ। ਜੋ ਕੁਛ ਆ ਉਹ ਪਰਮਾਨੈਂਟ ਹੀ ਆ, ਆਦਿ ਤੋਂ ਸੱਚ ਹੈ, ਯੁੱਗਾਂ ਦੇ ਸਮੇਂ ਤੋਂ ਵੀ ਸੱਚ ਸੀ, ਹੁਣ ਵੀ ਸੱਚ ਹੈ, ਰਹਿਣਾ ਵੀ ਸੱਚ ਹੈ। ਜਦੋਂ ਅਸੀਂ ਸਾਰੀ ਸਾਧਨਾ ਬਾਹਰ ਦੀ ਕਰਦੇ ਹਾਂ, ਪ੍ਰਕਿਰਤੀ ਦੀ, ਪ੍ਰਕਿਰਤੀ ਦਾ ਮਤਲਬ ਹੈਗਾ ਜ਼ਮੀਨਾਂ ਸਾਡੀਆਂ, ਜਾਇਦਾਦਾਂ ਸਾਡੀਆਂ, ਕੋਠੀਆਂ ਸਾਡੀਆਂ, ਗੱਡੀਆਂ ਸਾਡੀਆਂ, ਸਭ ਕੁਛ ਮੇਰਾ 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 ਚੱਲਦਾ। ਇੱਕ ਮੈਂ ਹੀ ਮੇਰਾ ਨਹੀਂ ਰਹਿੰਦਾ ਵੀ ਮੈਂ ਕੌਣ ਆ। ਜਿੰਨਾ ਚਿਰ ਇਹ ਨਹੀਂ ਜਾਣਦੇ, ਕਿਉਂਕਿ ਅਸੀਂ ਸ਼ਬਦ ਹੈ, ਅਸੀਂ ਸ਼ਬਦ ਦਾ ਪ੍ਰਗਟ ਰੂਪ ਆ, ਤੇ ਸਾਡੀ ਇਹ ਡਿਊਟੀ ਆ, ਅਸੀਂ ਇਹ ਗੱਲ ਨੂੰ ਜਾਣਨਾ ਹੈ। ਇਹ ਸਾਨੂੰ ਲੈਸਨ ਦਿੱਤਾ, ਅਸੀਂ ਇਹ ਪੇਪਰ ਕਰਕੇ ਮੁੜਨਾ ਹੈ। ਸ਼ਬਦ ਨਾ ਜਾਣਾ, ਜਦੋਂ ਸ਼ਬਦ ਕੰਨੀ ਧਿਆਨ ਨਹੀਂ, ਅੰਤਰਾਤਮੇ ਅੱਖਾਂ ਅੰਦਰ ਨੂੰ ਮੋੜੀਆਂ ਨਹੀਂ, ਅੰਤਰਮੁਖ ਹੋਇਆ ਨਹੀਂ, ਗੁਰਮੁਖ ਬਣਿਆ ਨਹੀਂ, ਗੁਰਸਿੱਖ ਬਣ ਗਿਆ, ਤੁਰਿਆ ਆਉਂਦੀ ਫਿਰਿਆ, ਪਰ ਗੁਰਮੁਖ ਨਹੀਂ ਬਣਿਆ। ਕਿਉਂਕਿ ਸਿੱਖੀ ਧਾਰਨ ਕਰਨ ਲਈ ਕਿਸੇ ਦੀ ਵੀ ਕਰ ਲਓ ਸਿੱਖੀ ਦਾ ਧਾਰਨ, ਤੁਸੀਂ ਸਿੱਖੋ, ਗੁਰਸਿੱਖ ਬਣਿਆ ਗੱਲ ਨਹੀਂ ਬਣਦੀ। ਗੁਰਸਿੱਖ ਤੋਂ ਅਗਲੀ ਸਟੇਜ ਹੈ ਜਿਹੜੀ ਗੁਰਮੁਖ ਬਣਨ ਦੀ, ਉਹਦੇ 'ਤੇ ਕਾਰਜ ਕਰਨਾ ਹੈ। ਗੁਰਸਿੱਖ ਬਣ ਕੇ, ਗੁਰਸਿੱਖ ਬਣੇ ਬਿਨਾਂ ਉਹਦੇ 'ਤੇ ਕਾਰਜ ਨਹੀਂ ਹੁੰਦਾ। ਕਿਉਂਕਿ ਤੁਸੀਂ ਦਾਖਲਾ ਤਾਂ ਜਦੋਂ ਕਿਸੇ ਦੇ ਸਿੱਖ ਬਣੋਗੇ, ਸਿੱਖੀ 'ਚ ਸ਼ਾਮਲ ਹੋ ਕੇ ਲਓਗੇ ਨਾ, ਉਹਦੀਆਂ ਰਹੁ ਰੀਤਾਂ ਦਾ, ਉਹ ਸਕੂਲ ਦੇ ਨਿਯਮਾਂ ਦਾ, ਫੇਰ ਹੀ ਪਤਾ ਲੱਗੂਗਾ ਨਾ ਜੇ ਸਿੱਖ ਬਣੋਗੇ। ਸਿੱਖ ਦਾ ਮਤਲਬ ਸਿਖਿਆਰਥੀ ਆ, ਪਰ ਸਿੱਖ ਸਿੱਖ ਹੀ ਨਹੀਂ ਰਹਿੰਦਾ। ਜਿੱਦੇ ਸਿੱਖ ਜਾਂਦਾ, ਅੰਤਰਾਤਮੇ ਉਤਰਨ ਲੱਗ ਜਾਂਦਾ, ਸ਼ਬਦ ਨਾਲ ਮਿਲਣ ਲੱਗ ਜਾਂਦਾ, ਉਹ ਗੁਰਮੁਖ ਹੋ ਜਾਂਦਾ। ਗੁਰਮੁਖ ਹੋਏ ਬਿਨਾਂ ਗੁਜ਼ਾਰਾ ਨਹੀਂ। ਤੇ ਜੇ ਗੁਰਮੁਖ ਨਹੀਂ ਹੈਗਾ ਤਾਂ ਕੁਦਰਤੀ ਮਨਮੁਖ ਆਪੇ ਹੀ ਹੋ ਜਾਂਦਾ, ਕਿਉਂਕਿ ਮਨ ਦੇ ਕਾਰਜ ਹੀ ਕਰਦਾ ਸਾਰੇ। ਇਕੱਲਾ ਪਹਿਰਾਵਾ ਬਦਲਣ ਨਾਲ ਗੁਰਮੁਖ ਨਹੀਂ ਬਣਦਾ। ਉਹ ਗੁਰਸਿੱਖ ਹੈ, ਗੁਰਮੁਖ ਨਾ ਬਣਿਆ ਤਾਂ ਮਨਮੁਖ ਹੈਗਾ ਹੀ ਆ। ਕਿਉਂਕਿ ਕਾਰਜ ਉਹ ਬਾਣਾ ਪਾਉਣ ਤੋਂ ਪਹਿਲਾਂ ਵੀ ਦੁਨੀਆ ਦੀ ਕਰਦਾ ਸੀ ਸਾਰੇ। ਉਹੀ ਲਾਲਚ, ਉਹੀ ਲੋਭ, ਉਹੀ ਈਰਖਾ, ਉਹੀ ਦਵੈਸ, ਉਹੀ ਲੜਾਈ ਝਗੜਾ, ਹੁਣ ਉਹ ਬਾਣਾ ਪਾ ਕੇ ਕਰ ਰਿਹਾ। ਬਸ ਇੰਨਾ ਕੀ ਫਰਕ ਪੈਣਾ। ਜਿੰਨਾ ਚਿਰ ਗੁਰਮੁਖ ਨਹੀਂ ਬਣਦਾ, ਸਾਰੇ ਕਾਹੇ ਤੋਂ ਖੜਾ ਨਹੀਂ ਛੁੱਟਦਾ, ਕਿਉਂਕਿ ਸਮਝ ਅੰਦਰੋਂ ਪੈਦਾ ਹੋਣੀ ਹੈ। ਸ਼ਬਦ ਨਾ ਜਾਣੈ, ਮਹਾਰਾਜ ਕਹਿੰਦੇ ਜੇ ਅੰਦਰੂਨੀ ਸ਼ਬਦ ਨਾ ਜਾਣਿਆ ਸੇ ਅੰਨੇ ਬੋਲੇ। ਉਹ ਅੰਨਾ ਵੀ ਹੈ, ਉਹ ਬੋਲਾ ਵੀ ਹੈ, ਕਿਉਂਕਿ ਨਾ ਤਾਂ ਉਹ ਅੰਤਰਮੁਖ ਹੋ ਕੇ ਦੇਖਦਾ, ਨਾ ਉਹ ਕੰਨਾਂ ਤੋਂ ਸੁਣਦਾ ਹੈ ਉਹਦੇ ਨਾਦ ਨੂੰ, ਉਹਦੇ ਨਾਦ ਰੂਪ ਨੂੰ, ਜਿਹੜੀ ਸਰਵਣ ਭਗਤੀ ਹੈ, ਨਾ ਉਹ ਇਹ ਕਰਦਾ। ਸੇ ਕਿੱਤਾ ਇਹ ਸੰਸਾਰਾ। ਫਿਰ ਕਹਿੰਦੇ ਕਾਹਨੂੰ ਆਉਣਾ ਸੀ, ਕਾਹਦੇ ਲਈ ਆਏ। ਜਾਣੀ ਮਹਾਰਾਜ ਇੱਕ ਝਿੜਕ ਪਾ ਰਿਹਾ ਕਿ ਧਿਰਗਾ ਤੁਹਾਡੇ ਆਉਣਾ, ਜੇ ਤੁਸੀਂ ਗੁਰਮੁਖ ਨਹੀਂ ਬਣਦੇ, ਸ਼ਬਦ ਨੂੰ ਨਹੀਂ ਜਾਣਦੇ, ਸ਼ਬਦ ਨਾਲ ਸਾਂਝ ਨਹੀਂ ਪਾਉਂਦੇ। ਹਰ ਰਸ ਨਾ ਪਾਇਆ ਬਿਰਥਾ ਜਨਮ ਗਵਾਇਆ, ਜੰਮਹਿ ਬਾਰੋ ਬਾਰਾ। ਮਹਾਰਾਜ ਕਹਿੰਦੇ ਜੇ ਐਡਾ ਵੱਡਾ ਮੌਕਾ ਸੀ ਤੁਹਾਡੇ ਕੋਲੇ, ਤੁਸੀਂ ਨਾਮ ਦਾ ਖੂਟਾ ਤੁਹਾਡੇ ਅੰਦਰ ਭਰਿਆ ਸੀ, ਤੁਸੀਂ ਅੰਤਰਮੁਖੀ ਹੋਣਾ ਸੀ। ਤੁਸੀਂ ਤਾਂ ਜਦੋਂ ਤੋਂ ਅੱਖਾਂ ਖੋਲ੍ਹਦੇ ਹੋ ਤੜਕੇ ਤੋਂ ਬਾਹਰ ਹੀ ਬਾਹਰ, ਬਾਹਰ ਹੀ ਬਾਹਰ, ਹੱਥ ਨੇ ਜਦੋਂ ਨੀਂਦ ਨਾਲ ਮਿਚਣ ਲੱਗ ਜਾਂਦੀਆਂ, ਉਦੋਂ ਨੀਂਦ ਦੀ ਗੋਚ 'ਚ ਚਲੇ ਜਾਂਦੇ ਹੋ। ਆਪਦੀ ਮਰਜ਼ੀ ਨਾਲ ਤਾਂ ਕਦੇ ਸਤਿਗੁਰਾਂ ਦੀ ਯਾਦ 'ਚ ਬਹਿ ਕੇ ਨੇਤਰ ਬੰਦੀ ਨਹੀਂ ਕਰੇ ਕਿ ਮਾਲਕਾ ਮੈਨੂੰ ਵੀ ਲੈ ਚੱਲ ਉੱਥੇ। ਮੈਂ ਦਿਨਾਂ 5 ਮਿੰਟ ਹੀ ਕਹਿ ਦਿਓ ਕਿ ਮਾਲਕਾ ਦੇ ਕੋਈ ਮੈਸੇਜ, ਮੈਨੂੰ ਬਖਸ਼, ਮੈਨੂੰ ਸ਼ਾਂਤੀ ਸਕੂਨ, ਮੈਨੂੰ ਰਸਤਾ ਬਖਸ਼, ਮੈਂ ਕੀ ਕਰਾਂ। ਗੁਰੂ ਦੇਊਗਾ ਮੈਸੇਜ, ਦਿੰਦਾ। ਮਹਾਰਾਜ ਕਹਿੰਦੇ ਭਾਈ ਹਰ ਰਸ ਨਾ ਪਾਇਆ। ਫਿਰ ਹਰ ਰਸ ਤਾਂ ਅੰਦਰੋਂ ਮਿਲਦਾ, ਇਹ ਪੱਕਾ। ਬਾਹਰ ਹਰ ਰਸ ਨਹੀਂ ਹੈ, ਨਾ ਤੀਰਥਾਂ 'ਤੇ ਹੈ, ਨਾ ਬਾਹਰੀ ਕਰਮ ਕਾਂਡਾਂ 'ਚ ਹੈ, ਨਾ ਬਾਹਰੀ ਪਾਠ ਪੂਜਾ 'ਚ ਹੈ। ਹਰੀ ਦਾ ਰਸਤਾ ਤੁਹਾਡੇ ਹਰਮੰਦਰ ਦੇ ਅੰਦਰ ਹੈ, ਤੁਹਾਡੇ ਦਸਮ ਦੁਆਰ 'ਤੇ ਹੈ। ਹਰ ਰਸ ਨਾ ਪਾਇਆ ਬਿਰਥਾ ਜਨਮ ਗਵਾਇਆ। ਮਹਾਰਾਜ ਕਹਿੰਦੇ ਸਾਰਾ ਜਨਮ ਬਿਰਥਾ ਗਿਆ ਤੇਰਾ। ਜੰਮੈ ਬਾਰੋ ਬਾਰਾ। ਫਿਰ ਉਹਨਾਂ ਚਿਰ ਇੱਕ ਸਿਸਟਮ ਹੈ, ਜਿਵੇਂ ਗੰਨੇ ਵਾਲਾ ਗੰਨੇ ਨੂੰ ਵਾਰੀ ਵਾਰੀ ਪੀੜੀ ਜਾਂਦਾ, ਜਿੰਨਾ ਚਿਰ ਰਸ ਨਿਕਲ ਨੂੰ ਨਹੀਂ ਹਟਦਾ। ਜਿੰਨਾ ਚਿਰ ਤੁਸੀਂ ਹਰ ਰਸ ਨਹੀਂ ਪਾਉਂਦੇ, ਜੀਵਨ ਮੁਕਤ ਨਹੀਂ ਹੁੰਦੇ ਜਿਉਂਦੇ ਜੀ, ਉਹਨਾਂ ਚਿਰ ਤੁਸੀਂ ਇਹ ਚੱਕਰੀ 'ਚੋਂ ਨਿਕਲ ਨਹੀਂ ਸਕਦੇ। ਮਰੋਗੇ, ਉਹਦੀ ਕੋਈ ਗਰਭ ਫੇਰ ਤਿਆਰ ਆ, ਉੱਧਰ ਚੱਲ ਪਾਓਗੇ। ਮਰੋਗੇ ਫਿਰ ਸਾਰਗ ਮਰ ਜੰਮੈ ਬਾਰੋ ਬਾਰਾ। ਬਾਰੀ ਬਾਰੀ ਆਈ ਜਾਣਾ, ਜਾਈ ਜਾਣਾ। ਇਹ ਇੱਕ ਸਿਸਟਮ ਹੈ ਜਿਹਦੇ 'ਚੋਂ ਨਿਕਲਣ ਲਈ ਹਰੀ ਰਸ, ਆਜ਼ਾਦੀ ਦਾ ਰਸ, ਮੁਕਤੀ ਦਾ ਰਸ ਪੀਣਾ ਬਹੁਤ ਜ਼ਰੂਰੀ ਹੈ। ਬਿਸ਼ਟਾ ਕੇ ਕੀੜੇ ਬਿਸ਼ਟਾ ਮਾਹੇ ਸਮਾਣੇ, ਮਨਮੁਖ ਮੁਗਧ ਗਵਾਰਾ। ਮਹਾਰਾਜ ਕਹਿੰਦੇ ਬਹੁਤ ਸਖਤ ਸ਼ਬਦ ਵਰਤਿਆ ਮਹਾਰਾਜ ਨੇ। ਬਿਸ਼ਟਾ ਹੁੰਦਾ ਗੰਦਗੀ, ਮਲ ਮੂਤਰ। ਮਹਾਰਾਜ ਕਹਿੰਦੇ ਜੇ ਹਰੀ ਰਸ ਨਹੀਂ ਨਾ ਜਾਣਦੇ, ਹਰੀ ਰਸ ਵੱਲ ਧਿਆਨ ਨਹੀਂ ਕਰਦੇ, ਕਦੇ ਵੀ ਨਹੀਂ ਬਹਿੰਦੇ ਹੋ। ਧਿਆਨ ਕਰਨਾ ਤਾਂ ਦੂਰ, ਧਿਆਨ ਦੇ ਤਾਂ ਖਿਲਾਫ ਪ੍ਰਵਚਨ ਆ ਸਾਰੇ ਸਾਡੇ। ਮਹਾਰਾਜ ਕਹਿੰਦੇ ਬਿਸ਼ਟਾ ਕੇ ਕੀੜੇ
ਬਿਸ਼ਟਾ ਮਾਹੇ ਸਮਾਣੇ। ਫਿਰ ਉਹ ਗੰਦਗੀ ਦਾ ਕੀੜਾ, ਉਹ ਮਨੁੱਖ ਨਾ ਸਮਝੇ ਆਪਦੇ ਆਪ ਨੂੰ। ਇਹ ਗੁਰੂ ਗ੍ਰੰਥ ਸਾਹਿਬ ਦੇ ਬਚਨ ਆ ਕਿ ਜਿਹੜਾ ਹਰ ਰਸਬੰਦੀ ਨਹੀਂ ਮੁੜਿਆ, ਅੰਤਰਾਤਮੇ ਨਹੀਂ ਮੁੜਿਆ, ਆਪਣੀ ਸਮਝ ਡਿਵੈਲਪ ਨਹੀਂ ਕੀਤੀ, ਗੁਰੂ ਤੋਂ ਗਿਆਨ ਅੰਜਨ ਨਹੀਂ ਲਿਆ, ਉਹ ਤਾਂ ਬਿਸ਼ਟਾ ਕਾ ਕੀੜਾ, ਗੰਦਗੀ ਦਾ। ਤੇ ਉਹਦੀ ਫਿਰ ਜ਼ਿੰਦਗੀ ਦੀ ਸਿਸਟਮ ਕੀ ਆ? ਬਿਸ਼ਟਾ ਦਾ ਕੀੜਾ ਹੀ ਹੈ ਸੀ, ਤੇ ਬਿਸ਼ਟਾ ਮਾਹੇ ਸਮਾਣੇ। ਉਹਨੇ ਇੱਕ ਦਿਨ ਗੰਦਗੀ ਦਾ ਕੀੜਾ ਹੀ ਫੇਰ ਬਣ ਜਾਣਾ। ਕੌਣ ਆ ਉਹ? ਮਨਮੁਖ। ਸਾਰੇ ਕਾਰਜ ਮਨ ਦੇ ਆਖੇ ਕਰ ਰਿਹਾ। ਗੁਰਮੁਖ ਨਹੀਂ ਬਣਿਆ, ਗੁਰਸਿੱਖ ਵੀ ਨਹੀਂ ਬਣਦਾ ਕੋਈ ਅੱਜ ਕੱਲ੍ਹ ਤਾਂ। ਗੁਰਸਿੱਖ ਨਹੀਂ ਬਣਿਆ, ਫਿਰ ਗੁਰਮੁਖ ਨਹੀਂ ਬਣਿਆ, ਮਨਮੁਖੀ ਰਿਹਾ। ਤੇ ਮਹਾਰਾਜ ਕਹਿੰਦੇ ਮੂਰਖਾ, ਮੁਗਧਾ, ਗਵਾਰ, ਹਨੇਰੇ 'ਚ ਭਟਕਣ ਵਾਲੀ ਇੱਕ ਅਜੀਬ ਆਤਮਾ। ਆਪੇ ਕਰ ਵੇਖੈ ਮਾਰਗ ਲਾਏ, ਭਾਈ ਤਿਸ ਬਿਨ ਅਵਰ ਨਾ ਕੋਈ। ਇਹ ਸਾਰੇ ਸਿਸਟਮ ਨੂੰ ਕਰੀ ਕੌਣ ਜਾ ਰਿਹਾ? ਇਹ ਦਰਜ ਕਿਹਦੇ ਕੋਲੇ ਹੁੰਦਾ ਕਿ ਇਹ ਗੁਰਸਿੱਖ ਹੈ, ਇਹ ਗੁਰਮੁਖ ਹੈ, ਇਹ ਮਨਮੁਖ ਹੈ, ਇਹ ਆਮ ਜੀਵ ਹੈ, ਇਹ ਦੇਵਤਾ, ਇਹ ਭਗਵਾਨ ਹੈ, ਇਹ ਬ੍ਰਹਮਾ, ਇਹ ਵਿਸ਼ਨੂੰ ਹੈ, ਇਹ ਮਹੇਸ਼ ਹੈ। ਇਹ ਕੀ ਚੀਜ਼ ਹੈ? ਇਹ ਦਰਜ ਕਿਹਦੇ ਕੋਲੇ ਹੁੰਦਾ? ਸਾਰਾ ਕੁਝ ਕਿਹਦੇ ਕੋਲੇ? ਹਿਸਾਬ ਕਿਤਾਬ ਦਾ ਮਾਲਕ ਕੌਣ ਹੈ? ਆਪੇ ਕਰ ਵੇਖੈ। ਮਹਾਰਾਜ ਕਹਿੰਦੇ ਪਰਵਦਗਾਰ ਆਪੇ ਕਰਕੇ ਵੇਖਦਾ। ਮਾਰਗ ਲਾਏ, ਮਾਰਗ ਵੀ ਆਪੇ ਹੀ ਦਿੰਦਾ। ਹੁਣ ਸਾਨੂੰ ਮਾਰਗ ਦਿੱਤਾ ਵਾ, ਮਨੁੱਖਾ ਦੇਹੀ ਦੇਤੀ। ਮਨੁੱਖਾ ਦੇਹੀ ਦੀਆਂ ਬਹੁਤ ਵੱਡੀਆਂ ਸੰਭਾਵਨਾਵਾਂ ਹੈ। ਆਪਣੇ ਦੇਂਦੇ ਦੇਂਦੇ ਤੁਸੀਂ ਦੇਖਿਓ ਹੋਰ 10-20 ਸਾਲਾਂ ਦੇ ਵਿੱਚ ਸੁਪਰਮੈਨ ਵਾਲੀਆਂ ਅਵਸਥਾ ਬਣ ਜਾਣੀਆਂ ਮਨੁੱਖ ਦੀਆਂ। ਕਿੰਨਾ ਕੁਛ ਤਾਂ ਹੋ ਰਿਹਾ ਕਿ ਮਨੁੱਖ ਸੋਚਦਾ ਉਹਦੇ ਘਰ ਦੀਆਂ ਲਾਈਟਾਂ ਜਗ ਪੈਂਦੀਆਂ, ਮਨੁੱਖ ਸੋਚਦਾ ਉਹਦੇ ਗੇਟ ਖੁੱਲ੍ਹਣੇ ਸ਼ੁਰੂ ਹੋ ਜਾਂਦੇ ਆ। ਇੰਨਾ ਜ਼ਿਆਦਾ ਗਾਹਾਂ ਵੱਧ ਰਿਹਾ ਮਨੁੱਖ, ਪਰ ਉਹ ਖੋਜ ਸ਼ਕਤੀ ਦੀ ਕਰ ਰਿਹਾ ਸਾਰੀ। ਉਹ ਸ਼ਿਵ ਦੀ ਖੋਜ ਨਹੀਂ ਕਰ ਰਿਹਾ। ਸ਼ਕਤੀ ਦੀ ਖੋਜ ਬਹੁਤ ਟੌਪ 'ਤੇ ਪਹੁੰਚਣ ਵਾਲੀ ਹੈ, ਪਰ ਸਿਵ ਵਾਲੇ ਪਾਸੇ ਤੋਂ ਮਨਮੁਖ ਹੁੰਦਾ ਜਾ ਰਿਹਾ। ਕਿੰਨੀ ਖੋਜ ਕਰ ਲੈ ਸ਼ਕਤੀ ਦੀ, ਰਹੂ ਗੰਦਗੀ ਦਾ ਕੀੜਾ। ਜਿੰਨਾ ਚਿਰ ਪਰਮ ਪਿਤਾ ਦੀ ਸਮਝ ਨਹੀਂ ਆਉਂਦੀ, ਜਿਹੜਾ ਆਪੇ ਕਰਦਾ ਹੈ। ਆਪੇ ਕਰ ਵੇਖੈ ਮਾਰਗ ਲਾਏ ਭਾਈ, ਤਿਸ ਬਿਨ ਅਵਰ ਨਾ ਕੋਈ। ਉਹ ਤੋਂ ਬਿਨਾਂ ਇੱਥੇ ਹੋਰ ਕੋਈ ਨਹੀਂ ਹੈ। ਫਿਰ ਕਿੱਥੇ ਆ ਗਈ ਸੂਈ ਕਿ ਜੇ ਮਨਮੁਖ, ਮਨਮੁਖ ਵੀ ਉਹਦੀ ਆਪ ਦੀ ਕੋਈ ਚੇਤਨਾ ਹੈ। ਜੋ ਤੁਰ ਲਿਖਿਆ ਸੋ ਕੋਏ ਨਾ ਮੇਟੈ ਭਾਈ, ਕਰਤਾ ਕਰੇ ਸੋ ਹੋਈ। ਜੋ ਧੁਰ ਤੋਂ ਲਿਖਿਆ, ਧੁਰ ਦਾ ਲਿਖਿਆ ਮਤਲਬ ਜੋ ਲਿਖਿਆ ਸਾਨੂੰ ਮਿਲ ਚੁੱਕਿਆ, ਸਾਡੇ ਆ ਦੇਹੀ, ਸਾਡੇ ਜੋ ਸਿਸਟਮ ਮਿਲਿਆ। ਜੋ ਧੁਰ ਲਿਖਿਆ ਸੋ ਕੋਏ ਨਾ ਮੇਟੈ। ਉਹ ਧੁਰ ਦੇ ਲਿਖੇ ਨੂੰ ਕੋਈ ਮੇਟ ਨਹੀਂ ਸਕਦਾ, ਉਵੇਂ ਹੀ ਚੱਲਣਾ ਪੈਣਾ ਭਾਈ। ਕਰਤਾ ਕਰੇ ਸੋ ਹੋਈ। ਜਿਵੇਂ ਕਰਤਾ ਕਰ ਰਿਹਾ ਉਵੇਂ ਹੋ ਰਿਹਾ। ਵਿਗਿਆਨ ਬਹੁਤ ਵੱਧ ਜੂ। ਇਹ ਤਾਂ ਦੱਸ ਦੂ ਕਿ ਫਲਾਣੇ ਦਿਨ ਤੂਫਾਨ ਆਊਗਾ, ਫਲਾਣੇ ਪਾਸਿਓਂ ਸੁਨਾਮੀ ਆਊਗੀ, ਪਹਿਲਾਂ ਦੱਸ ਦੂ 24 ਘੰਟੇ, ਹੋ ਸਕਦਾ 15 ਦਿਨ ਪਹਿਲਾਂ ਦੱਸ ਦੇ। ਪਰ ਜਿਹੜਾ ਲਿਆ ਰਿਹਾ ਉਹਨੂੰ ਤਾਂ ਨਹੀਂ ਨਾ ਰੋਕ ਸਕਦਾ। ਜੋ ਜਿਵੇਂ ਬਣਨੇ ਆ, ਜੋ ਗੱਲਾਂ ਵਾਪਰਨੀਆਂ, ਉਹਨੂੰ ਕੋਈ ਮੇਟ ਨਹੀਂ ਸਕਦਾ। ਜੋ ਧੁਰ ਲਿਖਿਆ ਸੋ ਕੋਏ ਨਾ ਮੇਟੈ ਭਾਈ, ਕਰਤਾ ਕਰੇ ਸੋ ਹੋਈ। ਉਹੀ ਹੋ ਰਿਹਾ ਜੋ ਕਰਤਾ ਕਰ ਰਿਹਾ। ਨਾਨਕ ਨਾਮ ਵਸਿਆ ਮਨ ਅੰਤਰ ਭਾਈ, ਅਵਰ ਨਾ ਦੂਜਾ ਕੋਈ। ਜਿੱਦੇ ਅਸੀਂ ਨਾਮ ਤੱਕ ਪਹੁੰਚ ਜਾਂਦੇ ਹਾਂ, ਜਿਹੜਾ ਉਹ ਸ਼ਬਦ ਆ, ਜਿਹੜਾ ਸਰਬ ਵਿਆਪਕ ਹੈ। ਅਸੀਂ ਜਿਹੜਾ ਆਪੇ ਹਰ ਇੱਕ ਰੰਗ ਆ ਨਾ, ਉਹਨੂੰ ਵੇਖਣਾ, ਉਹ ਆਪੇ ਹੀ ਬਹੁ ਰੰਗੀ ਹੈ। ਜਿੰਨਾ ਚਿਰ ਅਸੀਂ ਬਹੁ ਰੰਗਾਂ 'ਚ ਹੈ, ਅਨੇਕਤਾ 'ਚ ਉਲਝੇ ਹੋਏ ਆ, ਉਹਨਾਂ ਚਿਰ ਸਾਨੂੰ ਉਹੋ ਜਿਹਾ ਸਾਰਾ ਕੁਛ ਲੱਗਦਾ। ਜਿੱਦੇ ਅਸੀਂ ਏਕਤਾ 'ਚ ਆ ਜਾਂਦੇ ਹਾਂ, ਇੱਕ ਦੇ ਚਾਂਦੀ ਜਾ ਲੱਗਦੇ ਹਾਂ, ਉਹਦੇ ਪਤਾ ਲੱਗਦਾ ਨਾਨਕ ਨਾਮ ਵਸਿਆ ਮਨ ਅੰਤਰ ਭਾਈ, ਅਵਰ ਨਾ ਦੂਜਾ ਕੋਈ, ਕਿ ਦੂਜਾ ਹੈ ਹੀ ਕੋਈ ਨਹੀਂ। ਜੋ ਕੁਛ ਵੀ ਹੈ ਇੱਥੇ ਉਹ ਆਪ ਹੀ ਆ। ਬੇਸ਼ੱਕ ਉਹ ਪ੍ਰਕਿਰਤੀ ਹੈ, ਉਹਦੀ ਸ਼ਕਤੀ ਦਿਸਦੀ ਹੈ ਜਿਹੜੀ, ਉਹਦਾ ਜਿਹੜਾ ਸਰਗੁਣ ਰੂਪ ਹੈ, ਨਿਰਗੁਣ ਰੂਪ ਹੈ। ਸਰਗੁਣ ਰੂਪ ਦੇ ਹਿਸਾਬ ਨਾਲ ਜਿੰਨੀ ਉਹਦੀ ਪ੍ਰਕਿਰਤੀ ਹੈ, ਜਿੰਨੀਆਂ ਉਹਦੀਆਂ ਸ਼ਕਤੀਆਂ, ਜਿੰਨੇ ਦੇਵੀ ਦੇਵਤੇ ਪੀਰ ਫਕੀਰ ਕਾਰਜ ਕਰ ਰਹੇ ਆ, ਸੰਸਾਰ ਦੇ ਸਾਂਭ ਰਹੇ ਆ, ਉਹ ਵੀ ਉਹਦਾ ਹੀ ਆ। ਜੋ ਸੁਣਨ ਅਵਸਥਾ ਹੈ ਉਹ ਵੀ ਉਹਦੀ ਆ। ਅਰਬਦ ਨਰਬਦ ਧੰਦੂਕਾਰੇ ਤੋਂ ਪਹਿਲਾਂ ਜੋ ਸਿਸਟਮ ਸੀ ਉੱਥੋਂ ਚੱਲਿਆ ਹੋਇਆ, ਤੇ ਆ ਸਾਰਾ ਪਸਾਰਾ ਅਨੇਕਤਾ 'ਚ ਫੈਲਿਆ ਹੋਇਆ। ਐਂਡ ਨੂੰ ਫਿਰ ਏਕਤਾ 'ਚ ਹੀ ਆ ਜਾਣਾ, ਤੇ ਹੈ ਹੀ ਏਕਤਾ 'ਚ। ਅਸਲ ਮਹਾਰਾਜ ਕਹਿੰਦੇ ਦੂਜਾ ਨਹੀਂ ਹੈ ਕੋਈ।
ਅਸੀਂ ਕਈ ਵਾਰੀ ਇਹ ਗੱਲ ਨੂੰ ਸਮਝਦੇ ਨਹੀਂ, ਉਲਝ ਜਾਂਦੇ ਆ। ਅਸੀਂ ਆਪਣੇ ਆਪ ਨੂੰ ਪਹਿਲਾਂ ਮੰਨਦੇ ਆ ਕਿ ਸਾਡਾ ਧਰਮ ਠੀਕ ਆ, ਦੂਜਾ ਨਹੀਂ ਹੋਣਾ ਚਾਹੀਦਾ ਕੋਈ। ਇਹ ਅਰਥ ਨਹੀਂ ਹੈ ਇਹਦੇ। ਕੋਈ ਕੁਛ ਵੀ ਕਰਦਾ ਉਹ ਦੂਜਾ ਨਹੀਂ ਹੈ, ਉਸੇ ਦਾ ਰੂਪ ਹੀ ਹੈ। ਕੋਈ ਆਪਣੇ ਤੌਰ ਤੇ ਹਿੰਦੂ ਹੈ, ਉਹ ਹਿੰਦੂ ਹੁੰਦਿਆਂ ਵੀ ਉਹਦਾ ਹੀ ਰੂਪ ਹੈ। ਕੋਈ ਮੁਸਲਿਮ ਹੈ, ਉਹ ਮੁਸਲਿਮ ਹੁੰਦਿਆਂ ਵੀ ਉਹਦਾ ਹੀ ਰੂਪ ਆ, ਉਸੇ ਨੂੰ ਹੀ ਧਿਆ ਰਿਹਾ। ਕੋਈ ਈਸਾਈ ਹੈ, ਕੋਈ ਮਸਾਈ ਹੈ, ਕੋਈ ਕੁਛ ਹੈ, ਦੂਜਾ ਕੋਈ ਨਹੀਂ, ਉਹ ਹਰੀ ਦੇ ਰੂਪ ਹੀ ਹੈ ਸਾਰੇ। ਜਦੋਂ ਸਾਨੂੰ ਅੰਦਰੋਂ ਸਮਝ ਪੈਣੀ ਆ ਨਾ, ਸਮਝ ਅਸਲ 'ਚ ਤਾਂ ਆਉਂਦੀ ਹੈ ਜਦੋਂ ਸਾਨੂੰ ਟੱਚ ਸਹੀ ਲੱਗ ਜਾਂਦਾ। ਸਾਡੇ ਕੋਲ ਇੱਕ ਪਰਖੀ ਆ ਜਾਂਦੀ ਹੈ, ਅਸੀਂ ਉੱਥੇ ਪਰਖ ਕੇ ਦੇਖ ਸਕਦੇ ਹਾਂ। ਹੁਣ ਜਦੋਂ ਹਿਰਦਾ ਉਹਦੇ ਨਾਲ ਜੁੜ ਗਿਆ, ਹਿਰਦਾ ਦੱਸਦਾ ਵੀ ਨਹੀਂ ਉਹਦਾ ਰੂਪ ਹੀ ਹੈ। ਹਾਂ, ਮੇਰਾ ਦੁਸ਼ਮਣ ਹੋ ਸਕਦਾ, ਪਰ ਮੈਨੂੰ ਨਾਲ ਇਹ ਵੀ ਪਤਾ ਕਿ ਮੇਰਾ ਦੁਸ਼ਮਣ ਜ਼ਰੂਰ ਆ, ਪਰ ਹੈ ਇਹਦੇ 'ਚ ਮੇਰਾ ਮਾਲਕ ਹੀ। ਮੇਰੀ ਕਿਸੇ ਜਨਮ ਕਰਮ ਦੀ ਗਲਤੀ ਦੇ ਕਾਰਨ ਇਹ ਮੇਰਾ ਦੁਸ਼ਮਣ ਹੈ। ਦੁਸ਼ਮਣੀ ਵੀ ਉਹ ਆਪ ਹੀ ਨਿਭਾ ਰਿਹਾ ਮੈਨੂੰ ਸੁਧਾਰਨ ਖਾਤਰ। ਜਿੰਨਾ ਸਾਨੂੰ ਦੁਸ਼ਮਣ ਤੇ ਨਿੰਦਕ ਸੁਧਾਰਦੇ ਆ ਨਾ, ਉਹਨਾਂ ਸਾਨੂੰ ਕਈ ਵਾਰੀ ਦੋਸਤ ਨਹੀਂ ਸੁਧਾਰਦੇ। ਕਈ ਵਾਰੀ ਉਹ ਦੁਸ਼ਮਣ ਬਣ ਕੇ ਹੀ ਸਾਨੂੰ ਸਮਝਾਉਂਦਾ, ਅਸੀਂ ਨਹੀਂ ਸਮਝਦੇ ਹਾਂ। ਇਸ ਕਰਕੇ ਉਹ ਮਾਲਕ ਹੀ ਆ ਸਾਰੇ ਪਾਸੇ, ਉਹਦੀ ਅਸੀਂ ਗੋਦ 'ਚ ਰਹਿਣਾ, ਉਹਨੂੰ ਜਾਣਨਾ। ਗੁਰੂ ਨਾਨਕ ਦਾ ਤਾਂ ਵੱਡਾ ਕੰਮ ਸਿੱਧਾ ਜਾ, ਤਾਂ ਹੀ ਤਾਂ ਉਦਾਸੀਆਂ ਵੇਲੇ ਪਹਿਲੇ ਦਿਨ ਹੀ ਦੱਸ ਦਿੰਦੇ ਸੀ ਭਾਈ, ਕਿਉਂਕਿ ਜਿਹੜਾ ਜਾਗਿਆ ਹੋਇਆ ਉਹਦੇ ਬਚਨਾਂ 'ਚ ਇਲਾਹੀ ਸ਼ਕਤੀ ਹੁੰਦੀ ਆ। ਗੁਰੂ ਨਾਨਕ ਜੋ ਕਹਿੰਦੇ ਸੀ ਮੂਹਰਲਾ ਮੰਨਦਾ ਸੀ ਕਿ ਉਹ ਇੱਕ ਨਾਲ ਜੁੜਨਾ ਭਾਈ, ਇੱਕ ਓਂਕਾਰ ਦਾ ਹੀ ਰੂਪ ਆ ਸਾਰਾ। ਤੂੰ ਅੱਜ ਦੀ ਘੜੀ ਹਿੰਦੂ ਹੋ ਸਕਦਾ ਹੈ, ਤੂੰ ਮੁਸਲਿਮ ਹੋ ਸਕਦਾ, ਤੂੰ ਕੁਛ ਵੀ ਹੋ ਸਕਦਾ ਹੈ, ਤੂੰ ਜਿੱਥੇ ਵੀ ਹੈਗਾ ਤੈਨੂੰ ਮੁਬਾਰਕ ਆ, ਪਰ ਆਪਣੇ ਅੰਦਰ ਉਤਰ। ਅਸਲ ਗੁਰੂ ਤੇਰਾ ਪਵਨ ਹੈ, ਜਿਹਨੇ ਤੈਨੂੰ ਸ਼ਬਦ ਗੁਰੂ ਦਾ ਮਿਲਾਪ ਕਰਾਉਣਾ, ਜਿਹਦੇ ਮਿਲਾਪ ਖਾਤਰ ਅਸੀਂ ਸਾਰੇ ਭੱਜਦੇ ਹਾਂ। ਜਿਹਨੂੰ ਅਸੀਂ ਰੱਬ ਕਹਿ ਲਈਏ, ਨਿਰੰਕਾਰ ਕਹਿ ਲਈਏ, ਹਰੀ ਕਹਿ ਲਈਏ, ਮਾਲਕ ਕਹਿ ਲਈਏ, ਕੁਛ ਕਹਿ ਲਈਏ, ਉਹਦੇ ਮਿਲਾਪ ਖਾਤਰ ਹੀ ਅਸੀਂ ਭੱਜਦੇ ਹਾਂ। ਉਹ ਸਭ ਦੇ ਅੰਦਰ ਹੈ। ਇਹ ਗੁਰੂ ਨਾਨਕ ਨੇ ਮੋੜਾ ਪਾਇਆ ਕਿ ਉਦੋਂ 68 ਤੀਰਥਾਂ 'ਤੇ ਲੋਕ ਜਾਂਦੇ, ਹੱਜ ਕਰਨ ਜਾਂਦੇ ਨਹੀਂ, ਉਹਨਾਂ 'ਚ ਇਹੀ ਨਹੀਂ ਸੀ ਮੰਨਿਆ ਜਾਂਦਾ ਕਿ ਇਹ ਧਾਰਮਿਕ ਹੈ ਬੰਦਾ। ਉਹਨਾਂ ਚੀਜ਼ਾਂ ਦੇ ਵਿੱਚ ਗੁਰੂ ਨਾਨਕ ਨੇ ਇੱਕ ਨਵੀਂ ਗੱਲ ਕਰਨੀ ਸ਼ੁਰੂ ਕੀਤੀ ਕਿ ਕਿਤੇ ਜਾਣ ਦੀ ਲੋੜ ਨਹੀਂ। ਜਾਣ ਦੀ ਲੋੜ ਆ ਤਾਂ ਸਾਨੂੰ ਆਪਣੇ ਅੰਦਰ ਜਾਣ ਦੀ ਲੋੜ ਹੈ। ਅੰਦਰ ਜਾਣ ਦਾ ਇੱਕੋ ਇੱਕ ਰਸਤਾ ਤੁਹਾਡੇ ਸਵਾਸ। ਇਹਨੂੰ ਤਾਂ ਹੀ ਗੁਰੂ ਕਹਿ ਕੇ ਲਿਖਿਆ ਨਾ, ਕੁਛ ਹੋਰ ਵੀ ਲਿਖ ਸਕਦੇ ਸੀ। ਇਹ ਪਵਨ ਹੈ, ਜਿਹੜੀ ਪਵਨ ਗੁਰੂ ਆ, ਸ਼ੁਰੂ ਤੋਂ ਹੀ ਆਦਿ ਤੋਂ ਸੱਚ ਹੈ। ਇਹ ਗੁਰੂ ਰੂਪ ਹੋ ਕੇ ਵਿਚਰਦੀ ਹੈ। ਇਹਦੇ ਨਾਲ ਹੀ ਸਾਰਾ ਕੁਛ ਹੈ, ਇਹਦੇ ਨਾਲ ਹੀ ਸਾਰੇ ਰੰਗ ਤਮਾਸ਼ੇ ਆ। ਇਹਦੇ ਚਰਨਾਂ 'ਚ ਆ ਜਾ, ਬੈਠ, ਜਿਵੇਂ ਬੈਠੀ ਤਾਂ ਚੌਂਕੜਾ ਲਾ ਕੇ ਬਹਿ ਜਾ, ਸੋਫੇ 'ਤੇ ਬਹਿ ਜਾ, ਆਪਣੇ ਨੇੜੇ ਆ। ਯਕੀਨ ਮੰਨ, ਡੇਟ ਲਿਖ ਕੇ ਬੈਠਣਾ ਸ਼ੁਰੂ ਕਰ ਦੇ। ਆਪਦੇ ਸੁਭਾਅ 'ਚ ਜਿਹੜੀਆਂ ਕਮੀਆਂ, ਕਿੰਨਾ ਕ੍ਰੋਧ ਆਉਂਦਾ, ਕਿੰਨੀ ਭਟਕਣਾ, ਕਿੰਨਾ ਕੁਛ ਵਾਪਰ ਰਿਹਾ, ਸਾਰੀਆਂ ਲਿਖ ਲਾ। ਅਤੇ ਉਦੋਂ ਬਾਅਦ ਬੈਠੀ, ਤੈਨੂੰ ਮਹੀਨੇ 'ਚ, 1.5 ਮਹੀਨੇ 'ਚ, 2 ਮਹੀਨੇ 'ਚ ਇਹ ਪਤਾ ਲੱਗੂ ਮੈਂ ਉਹ ਨਹੀਂ ਰਿਹਾ। ਸਕਾਂ ਦੀ ਹੋ ਸਕਦਾ ਵੀ ਤੈਨੂੰ ਡਰ ਲੱਗੇ ਵੀ ਮੈਂ ਤਾਂ ਬਦਲ ਰਿਹਾ, ਮੇਰਾ ਤਾਂ ਰੋਹ ਵੀ ਨਹੀਂ ਰਹਿਣਾ, ਮੈਥੋਂ ਤਾਂ ਡਰਦੇ ਹੀ ਕਰਦੇ ਤਾਂ ਵੀ ਇਹ ਬੰਦਾ ਬੜਾ ਸਖਤ ਹੈ, ਮੈਨੂੰ ਤਾਂ ਹੋਰ ਹੀ ਤਰ੍ਹਾਂ ਦਾ ਮੋਹ ਜਾ ਆਉਣ ਲੱਗ ਗਿਆ, ਪਿਆਰ ਜਾ, ਮੈਨੂੰ ਤਾਂ ਐਂ ਲੱਗਦਾ ਵੀ ਮੈਂ ਕਿਉਂ ਗਲਤ ਬੋਲਦਾ ਹੁੰਦਾ। ਇਹ ਆਉਣਗੇ ਬਦਲਾਓ। ਇਹ ਗੁਰੂ ਬਦਲੇ ਬਿਨਾਂ ਨਹੀਂ ਛੱਡਦਾ, ਇਹਦੀ ਸਰਨਾ। ਜਦੋਂ ਇਹਦੀ ਸਰਨ ਆਏਗਾ ਤੈਨੂੰ ਪਰਖੂਗਾ, ਤੇਰੇ ਕਿਲ ਵਿਖ ਕੱਟੂਗਾ। ਇਹਦੇ ਨਾਲ ਜੁੜੀਆਂ ਵੀ ਬੇਅੰਤ ਸ਼ਕਤੀਆਂ। ਤੇਰਾ ਸਾਰੇ ਕਿਲ ਵਿਖ ਕੱਟ ਕੇ ਤੈਨੂੰ ਸ਼ਬਦ ਗੁਰੂ ਨਾਲ ਮਿਲਾਪ ਇਹਨੇ ਕਰਾਉਣਾ ਹੈ। ਜਿਹੜੇ ਬਾਹਰੀ ਸਾਧੂ ਆ, ਸੰਤ ਹੈ, ਗੁਰਮੁਖ ਹੈ, ਬ੍ਰਹਮ ਗਿਆਨੀ ਹੈ, ਸਤਿਗੁਰੂ ਹੈ, ਉਹ ਕਾਰਜ ਹੀ ਇਹ ਕਰਦੇ ਕਿ ਉਹਨਾਂ ਦੀ ਪ੍ਰੈਜੈਂਸ 'ਚ ਬਹਿਣਾ ਸੌਖਾ ਹੋ ਜਾਂਦਾ। ਉਹ ਜਿਹੜੀ ਹਾਜ਼ਰੀ 'ਚ ਬਹਿ ਜਾਂਦੇ ਆ, ਉੱਥੇ ਜੇ ਕੋਈ 1000 ਬੰਦਾ ਵੀ ਬੈਠਾ ਐਂ ਲੱਗੂ ਕਿ ਇੱਕ ਵੀ ਨਹੀਂ ਹੈ। ਸਾਹ ਤੱਕ ਦੀ ਆਵਾਜ਼ ਨਹੀਂ ਆਉਂਦੀ ਉਹਨਾਂ ਦੀ ਹਜ਼ੂਰੀ 'ਚ, ਕਿਉਂਕਿ ਉਹਨਾਂ ਕੋਲੇ ਉਹ ਸ਼ਕਤੀ ਆ ਗਈ ਹੈ ਜਿਹੜੀ ਜਾਣਦੀ ਹੈ ਕਿ ਇੱਕ ਮਿੱਕਤਾ ਕੀ ਹੁੰਦੀ ਹੈ। ਅਤੇ ਇਹੀ ਕਾਰਨ ਹੈ ਕਿ ਅਸੀਂ ਸੰਗਤ ਕਰਨ ਜਾਂਦੇ ਹਾਂ ਕਿ ਜੇ ਇਕੱਲਿਆਂ ਤੋਂ ਨਹੀਂ ਬੈਠੀਦਾ, ਇਕੱਲਿਆਂ ਦਾ ਮਨ ਨਹੀਂ ਟਿਕਦਾ, ਸਵਾਸਾਂ ਦਾ ਨਹੀਂ ਪਤਾ ਲੱਗਦਾ, ਸੰਗਤ 'ਚ ਮੱਲੋ ਮੱਲੀ ਉਵੇਂ ਬਣ ਜਾਂਦਾ। ਹੁਣ ਅਸੀਂ 20 ਜਾਣੇ ਬੈਠੇ ਹਾਂ, ਇੱਕ ਜਣਾ ਅੱਖਾਂ ਖੋਲ੍ਹ ਕੇ ਦੇਖੀ ਜਾਂਦਾ, ਉਹਨੂੰ ਆਟੋਮੈਟਿਕਲੀ ਇੱਕ ਝੇਪ ਆਊਗੀ, ਉਹਨੂੰ ਲੱਗੂਗਾ ਕਿ ਮੈਂ ਮੂਰਖ ਹਾਂ। ਉਹ ਵੀ ਉਵੇਂ ਬੈਠਣ ਦੀ ਕੋਸ਼ਿਸ਼ ਕਰੂ, ਬੇਸ਼ੱਕ ਉਤਲੇ ਮਨੋਂ ਬੈਠੇ ਜਿੰਨਾ ਕੁ ਚਿਰ ਬੈਠੇ, ਪਰ ਨਾਲ ਦੀ ਨਾਲ ਉਹਦੇ ਨਾਲ ਇਹ ਗੱਲਾਂ ਵਾਪਰਦੀਆਂ ਸ਼ੁਰੂ ਹੋਣਗੀਆਂ। ਅਤੇ ਉਹ ਜਿਹੜੇ ਆਨੰਦ ਦੀ ਝਲਕ ਆਉਂਦੀ ਹੈ ਨਾ ਅੰਦਰ ਜਾਣ ਨਾਲ, ਉਹਨੂੰ ਫਿਰ ਬੰਦਾ ਭੁੱਲ ਨਹੀਂ ਸਕਦਾ, ਫਿਰ ਉਹਨੂੰ ਭਾਲਦਾ ਦੁਬਾਰੇ ਦੁਬਾਰੇ।
ਫਿਰ ਉਹ ਮਿਰਗ ਦੀ ਜਿਵੇਂ ਵਾਰੀ ਉਦਾਹਰਨ ਦਿੰਦੇ ਆ ਪਾਤਸ਼ਾਹ, ਉਹਨੂੰ ਸਮੈਲ ਆਉਂਦੀ ਆ ਕਸਤੂਰੀ ਦੀ ਤੇ ਉਹਨੂੰ ਲੱਗਦਾ ਵੀ ਦੂਰ ਆ ਕਿਤੇ, ਜਿੱਧਰੋਂ ਹਵਾ ਦਾ ਝੋਕਾ ਆਉਂਦੀ ਨਾਭੀ ਚੋਂ ਆ, ਉਹ ਬਾਹਰ ਨੂੰ ਭਜਦਾ। ਪਰ ਬੰਦੇ ਨਾਲ ਉਲਟ ਘਟਨਾ ਘਟਦੀ ਹੈ ਕਿ ਜਦੋਂ ਉਹਨੂੰ ਪਤਾ ਲੱਗਦਾ ਕਿ ਅੱਖਾਂ ਬੰਦ ਕਰਿਆ, ਸਵਾਸਾਂ ਦੇ ਨੇੜ ਜਾਇਆ, ਕੋਈ ਹੋਰ ਹੀ ਤਰ੍ਹਾਂ ਦੀ ਸ਼ਾਂਤੀ ਆਉਂਦੀ ਹੈ, ਸਕੂਨ ਆਉਂਦਾ। ਜਿਨ੍ਹਾਂ ਨੂੰ ਧਿਆਉਣੇ ਆ ਦੇਵੀਆਂ ਨੂੰ, ਦੇਵਤਿਆਂ ਨੂੰ, ਗੁਰੂਆਂ ਨੂੰ, ਪੀਰਾਂ ਨੂੰ, ਉਹ ਦੀਂਦੇ ਆ, ਉਹਨਾਂ ਦੀ ਪ੍ਰੈਜੈਂਸ ਮਹਿਸੂਸ ਹੁੰਦੀ ਹੈ, ਲੱਗਦਾ ਕੋਈ ਕੋਲ ਖੜਾ, ਖੁਸ਼ੀ ਆਉਂਦੀ ਹੈ। ਇੱਕ ਲੂੰ ਕੰਡਾ ਖੜਾ ਹੁੰਦਾ ਜਦੋਂ ਕੋਈ ਐਂ ਲੱਗਦਾ ਵੀ ਕੁਛ ਪ੍ਰੈਜੈਂਸ ਦਿਖਾ ਰਿਹਾ ਕੋਈ ਸਾਡਾ ਆਪਣਾ। ਦੇਵ ਰੂਹਾਂ ਜਿਵੇਂ ਨਿੱਕੇ ਬੱਚਿਆਂ ਨੂੰ ਅੱਗੇ ਵਧਾਉਣ ਲਈ ਮਾਸਟਰ ਹੁੰਦੇ ਆ ਨਾ ਸਕੂਲਾਂ 'ਚ, ਇਵੇਂ ਜਿਵੇਂ ਅਧਿਆਤਮ ਦੇ ਵਿੱਚ ਵੀ ਦੇਵ ਰੂਹਾਂ ਦੇ ਪਹਿਰੇ ਲੱਗਦੇ ਆ। ਉਹ ਚੇਤਨਾਵਾਂ ਜਿਹੜੀਆਂ ਚਾਹੁੰਦੀਆਂ ਚੇਤਨਾ ਉੱਚੀ ਉੱਠੇ, ਸਾਧੂਆਂ ਦੀਆਂ ਚੇਤਨਾਵਾਂ, ਸੰਤਾਂ ਦੀਆਂ, ਵਿਗਿਆਨੀਆਂ ਦੀਆਂ, ਮਹਾਂਵਿਗਿਆਨੀਆਂ ਦੀਆਂ, ਉਹ ਜ਼ੋਰ ਲਾ ਰਹੀਆਂ ਇਸ ਚੀਜ਼ 'ਤੇ ਕਿ ਮਨੁੱਖਤਾ ਦੇ ਵਿੱਚੋਂ ਵੱਧ ਤੋਂ ਵੱਧ ਬੰਦੇ ਬੁੱਧ ਹੋਣ, ਵੱਧ ਤੋਂ ਵੱਧ ਬੰਦੇ ਬ੍ਰਹਮ ਗਿਆਨੀ ਹੋਣ, ਤਾਂ ਕਿ ਸਕੂਨ ਫੈਲੇ, ਦੰਗੇ ਘਟਣ। ਅਣਜਾਣਪਣੇ 'ਚ ਹੀ ਹੁੰਦਾ ਸਾਰਾ ਕੁਝ ਜਿੰਨਾ ਹੁੰਦਾ। ਇਹ ਜਾਣਕਾਰ ਹੋ ਜਾਣਗੇ, ਚੜ੍ਹਦੀ ਕਲਾ ਹੋਣੀ ਸ਼ੁਰੂ ਹੋ ਜਾਣੀ ਹੈ। ਜਿਹੜਾ ਜਾਗ ਜਾਂਦਾ ਉਹ ਲੜ ਨਹੀਂ ਸਕਦਾ, ਕਿਸੇ ਨੂੰ ਗਲਤ ਕਹਿ ਨਹੀਂ ਸਕਦਾ, ਉਹਨੂੰ ਪਤਾ ਮਾਲਕ ਕੀ ਆ। ਇਸ ਤਰ੍ਹਾਂ ਮਹਾਰਾਜ ਕਿਰਪਾ ਕਰਦੇ ਆ। ਨਾਨਕ ਨਾਮ ਵਸਿਆ ਮਨ ਅੰਤਰ, ਭਾਈ ਅਵਰ ਨਾ ਦੂਜਾ ਕੋਈ, ਦੂਜਾ ਕੋਈ ਨਹੀਂ ਹੈ, ਉਹੀ ਆ। ਸਾਡੀ ਸਾਧਨਾ 'ਚ ਹੀ ਫਰਕ ਹੁੰਦਾ। ਸਹੀ ਤਰੀਕੇ ਨਾਲ ਬਹਿਣਾ ਸ਼ੁਰੂ ਕਰ ਦਿਓ, ਆਉਂਦੇ ਜਾਂਦੇ ਸਵਾਸਾਂ ਨੂੰ ਮਹਿਸੂਸ ਕਰਨਾ ਸ਼ੁਰੂ ਕਰ ਦਿਓ। ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ, ਸਤਿਗੁਰਾਂ ਨੇ ਲਿਖ ਕੇ ਦਿੱਤਾ। ਗੁਰੂ ਦੇ ਚਰਨੀ ਲੱਗੋ, ਪਾਣੀ ਪਿਤਾ ਰੂਪ ਆ। ਜਦੋਂ ਹੀ ਛਕਣਾ, ਗੁਰੂ ਸਾਹਿਬ ਦਾ ਨਾਂ ਲੈ ਕੇ ਸਕੋ, ਉਹਨੂੰ ਸ਼ੁਭ ਸੰਕੇਤ ਦੇ ਕੇ ਸਕੋ, ਪੋਜ਼ਿਟਿਵ ਊਰਜਾ ਦੇ ਕੇ ਛਕੋ। ਇਸ਼ਨਾਨ ਕਰਨਾ ਤਾਂ ਕੋਈ ਚੜ੍ਹਦੀ ਕਲਾ ਵਾਲਾ ਜਾਪ ਕਰਦਿਆਂ ਸਕੋ, ਜੋ ਤੁਹਾਡੇ ਭਾਵ ਹੈ। ਹੋ ਸਕਦਾ ਤੁਸੀਂ ਕੋਈ ਗੀਤ ਹੀ ਗਾਉਂਦੇ ਹੋ, ਨਹਾਉਂਦੇ, ਚੰਗੀ ਗੱਲ ਆ, ਕਿਉਂਕਿ ਜੋ ਵੀ ਪੋਜ਼ਿਟਿਵ ਜਾਂਦਾ ਉਹਦੇ ਵੱਲ ਨੂੰ ਹੀ ਜਾਂਦਾ। ਜੋ ਵੀ ਚੜ੍ਹਦੀ ਕਲਾ ਵਾਲੀ ਚੀਜ਼ ਵਾਪਰਦੀ ਉਹਦੇ ਕੰਨੀ ਜਾਂਦੀ ਹੈ। ਇਹ ਪਿਤਾ, ਇਹਦਾ ਸੰਗ ਮਾਣੀਏ। ਮਾਤਾ ਧਰਤੀ ਜਦੋਂ ਵੀ ਟੱਚ ਕਰਦੇ ਹਾਂ, ਸਕੂਨ ਨਾ ਕਰੀਏ, ਸਰਧਾ ਨਾਲ, ਪਿਆਰ ਨਾਲ ਕਰੀਏ। ਅਹਿਸਾਸ ਰਹੇ ਸਾਨੂੰ ਕਿ ਸਾਡੀ ਪ੍ਰਕਿਰਤੀ ਮਾਂ ਸਾਨੂੰ ਸਾਂਭ ਰਹੀ ਹੈ, ਸਭ ਨੂੰ, ਸਭ ਦੀ ਮਾਤਾ, ਪੂਰੀ ਦੁਨੀਆ ਦੀ। ਦਿਨ ਤੇ ਰਾਤ ਦਾਈ ਦਾਇਆ ਸਾਨੂੰ ਖਿਡਾ ਰਹੇ ਆ। ਦਿਨ ਆ ਜਾਂਦਾ, ਕਿਤੇ ਰਾਤ ਆ ਜਾਂਦੀ ਹੈ, ਸਾਰਾ ਸੰਸਾਰ ਖੇਡ ਰਿਹਾ। ਜੋ ਖੇਡਦਿਆਂ ਹੋਇਆਂ ਅਸੀਂ ਗਲਤੀਆਂ ਕਰਦੇ ਹਾਂ, ਇੱਕ ਰੈਫਰੀ ਵੇਖ ਰਿਹਾ, ਚੰਗੀ ਚੀਜ਼ ਦੇ ਨੰਬਰ ਦੇ ਰਿਹਾ, ਦੂਜੀ ਨੂੰ ਕੰਡਮ ਕਰ ਰਿਹਾ। ਚੰਗਿਆਈਆਂ ਬੁਰਾਈਆਂ ਪਾਚੈ ਧਰਮ ਹਦੂਰ। ਧਰਮ ਇੱਕ ਨਿਯਮ ਹੈ, ਉਹਦੇ ਅਹੁਦੇ 'ਤੇ ਬੈਠੇ ਨੂੰ ਧਰਮ ਰਾਜ ਕਿਹਾ ਜਾਂਦਾ ਹੈ। ਜਿਵੇਂ ਪ੍ਰਧਾਨ ਮੰਤਰੀ ਇੱਕ ਸੰਵਿਧਾਨਕ ਲਫ਼ਜ਼ ਹੈ, ਜਿਹੜਾ ਸਾਰੇ ਦੀ ਸਹਿਮਤੀ ਲੈ ਲੈਂਦਾ ਉਸ ਅਹੁਦੇ 'ਤੇ ਬਹਿ ਜਾਂਦਾ। ਫਿਰ ਉਹ ਨਿਖੇੜੇ ਕਰਦਾ ਦੇਸ਼ ਦੇ ਫੈਸਲਿਆਂ ਦੇ, ਹੋਰਾਂ ਦੇ, ਐਂ ਚੱਲਦਾ ਸਾਰਾ ਕੁਛ। ਚੰਗਿਆਈਆਂ ਬੁਰਾਈਆਂ ਬਾਚਾ ਧਰਮ ਦੂਰ। ਫਿਰ ਕੀ ਹੈ? ਕਰਮੀ ਆਪੋ ਆਪਣੀ। ਦੇਖੋ ਜੋ ਅਸੀਂ ਕਰਾਂਗੇ ਕਿਵੇਂ ਆ। ਮੰਨ ਲਓ ਅਸੀਂ ਕਿਤੋਂ ਦੀ ਲੰਘ ਰਹੇ ਹਾਂ, CCTV ਕੈਮਰੇ ਲੱਗੇ ਹੋਏ ਆ ਹਰ ਕੋਣ 'ਤੇ। ਜਿੱਥੇ ਉਹ ਪਹੁੰਚ ਰਹੇ ਆ ਉੱਥੇ ਬੈਠੇ ਆ ਜੱਜ ਸਾਹਿਬਾਨ, ਦੇਖ ਰਹੇ ਆ। ਜੋ ਅਸੀਂ ਕਰਾਂਗੇ ਉਹਦਾ ਪ੍ਰਭਾਵ ਉਹਨਾਂ 'ਤੇ ਪੈਣਾ ਤੇ ਉਹਨਾਂ ਨੇ ਸਾਡੀ ਡਾਇਰੀ 'ਚ ਲਿਖਣਾ। ਇਹ ਆਕਾਸ਼ੀ ਰਿਕਾਰਡ 'ਚ ਹੀ ਹੈ ਸਾਰਾ ਕੁਛ, ਇੱਥੋਂ ਕਿਧਰੇ ਨਹੀਂ ਜਾਂਦਾ, ਨਾ ਕੋਈ ਮੱਚਦਾ, ਨਾ ਕੋਈ ਹੋਰ ਹੁੰਦਾ। ਆਕਾਸ਼ੀ ਰਿਕਾਰਡ 'ਚ ਆ ਵੀ ਜਿਹੜਾ ਆਪਾਂ ਬੋਲੀ ਜਾਂਦੇ ਹਾਂ ਨਾ, ਆਕਾਸ਼ੀ ਰਿਕਾਰਡ 'ਚ ਦਰਜ ਹੁੰਦਾ। ਵਿਗਿਆਨੀ ਇੱਥੋਂ ਤੱਕ ਪਹੁੰਚ ਚੁੱਕੇ ਆ ਕਿ ਆਉਣ ਵਾਲੇ ਸਮੇਂ 'ਚ ਇਹ ਖੁਸ਼ਖਬਰੀਆਂ ਮਿਲ ਸਕਦੀਆਂ ਕਿ ਜਿਨ੍ਹਾਂ ਥਾਵਾਂ 'ਤੇ ਪ੍ਰਵਚਨ ਦਿੰਦੇ ਰਹੇ ਸਤਿਗੁਰੂ, ਜੇ ਇੱਕ ਵਾਰੀ ਕੋਈ ਬਚਨ ਉਹਨਾਂ ਦਾ ਉਹਦੀ ਪਕੜ 'ਚ ਆ ਗਿਆ ਜੰਤਰ ਦੀ 'ਚ, ਜੋ ਉਹਨਾਂ ਨੇ ਸਾਰੀ ਜ਼ਿੰਦਗੀ ਬੋਲਿਆ ਉਹ ਸਾਹਮਣੇ ਆ ਜਾਣਾ। ਇਹ ਚੀਜ਼ਾਂ ਹੋਣ ਵਾਲੀਆਂ, ਹੋਣਗੀਆਂ, ਸਾਡੇ ਦਿੰਦੇ ਆ। ਮਹਾਰਾਜ ਕਿਰਪਾ, ਅਕਾਲ ਪੁਰਖ ਕਰ ਰਹੇ ਆ। ਚੇਤਨਾ ਇੰਨੀ ਉੱਚੀ ਕਰ ਰਹੇ ਆ ਵਿਗਿਆਨ ਰਾਹੀਂ ਕਿ ਉਹ ਸਾਰੇ ਕਾਸੇ ਨੂੰ ਜਾਣ ਸਕੇ। ਇਹ ਚੀਜ਼ਾਂ ਵਾਪਰਦੀਆਂ। ਉਹ ਜਿਹੜਾ ਫਿਰ ਧਰਮ ਹੈ, ਕਰਮੀ ਆਪੋ ਆਪਣੀ, ਕਿ ਨੇੜੇ ਕਿ ਦੂਰ। ਸਾਨੂੰ ਅਗਲੇ ਪਾਸੇ ਬਾਹਰ ਨਿਕਲਿਆ ਰਿਜ਼ਲਟ ਦਿਖ ਜਾਣਾ, ਸਾਡੀ ਬਣ ਕੇ ਫਿਲਮ ਸਾਡੇ ਸਾਹਮਣੇ ਆ ਜਾਣੀ ਹੈ ਵੀ ਆਹ ਕੁਛ ਕਰਦਾ ਹੁੰਦਾ ਸੀ ਤੂੰ, ਫਾਲਤੂ ਲਾਈਟਾਂ ਛੱਡਦਾ ਹੁੰਦਾ ਸੀ, ਬੰਦ ਕਰਦਾ ਹੁੰਦਾ ਸੀ, ਲੋਕਾਂ ਦੇ ਝੁੱਗੇ ਖਿੱਚਦਾ ਹੁੰਦਾ ਸੀ, ਕਿਸੇ ਦਾ ਬਟੂਆ ਕੱਢਦਾ ਹੁੰਦਾ ਸੀ, ਕਿਸੇ ਨੂੰ ਕੁਛ ਕਰਦਾ ਸੀ, ਕਿਸੇ ਨੂੰ ਕੁਛ। ਤੇ ਬਾਹਰ ਤੇਰੀ ਇਮੇਜ ਬੜੀ ਵੱਡੀ ਹੈ, ਬਣਾਈ ਬੈਠਾ ਸੀ ਆਪਦੀ, ਆਹ ਇਮੇਜ ਆ ਤੇਰੀ। ਫਿਰ ਕੀ ਰਹਿੰਦਾ ਬੰਦੇ ਦਾ? ਤੁਸੀਂ ਦੇਖੋ, ਉਹ ਧਰਮ ਦੇ ਸਾਹਮਣੇ ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿੰਨੀ ਨਾਮ ਧਿਆਇਆ, ਜਿਹਨੇ ਉਸ ਨਾਮ ਨੂੰ, ਪਰਮ ਸੱਤਾ ਨੂੰ ਧਿਆਉਣਾ ਸ਼ੁਰੂ ਕੀਤਾ, ਸ਼ੁਰੂਆਤ ਕੀਤੀ ਚਰਨਾਂ 'ਚ ਜਾਣ ਦੀ, ਬਾਣੀ ਪੜ੍ਹਨ ਦੀ, ਸੁਣਨ ਦੀ, ਸਵਾਸਾਂ 'ਤੇ ਧਿਆਨ ਦੇਣ ਦੀ। ਇਹ ਟਾਈਮ ਭਾਲਦੀਆਂ ਸਾਰੀਆਂ ਚੀਜ਼ਾਂ, ਤਪ ਹੈ। ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ। ਇਹ ਮਸਕਤ ਹੈ,
ਇਹ ਘਾਲਨਾਮਾ ਘਾਲਣੀਆਂ ਪੈਂਦੀਆਂ। ਨਾਨਕ ਤੇ ਮੁਖ ਉਜਲੇ ਕੀਤੀ ਸੁੱਟੀ ਨਾਲ, ਉਹਨਾਂ ਦੇ ਮੁਖ ਉਜਲੇ ਹੁੰਦੇ ਆ ਜਿਹੜੇ ਲਾਉਂਦੇ ਆ ਟਾਈਮ। ਜਾਣਨ ਵਾਲੇ ਪਾਸੇ ਟਾਈਮ ਲਾਉਂਦੇ ਰਹੋ, ਜੀਵਨ ਮੁਕਤੀ ਮਿਲ ਜਾਣੀ ਹੈ। ਹੋਰਾਂ ਦਾ ਵੀ ਭਲਾ ਹੋ ਜਾਂਦਾ, ਇੱਥੇ ਵੀ ਮੁਖ ਉਜਲਾ, ਦਰਗਾਹ 'ਚ ਵੀ ਮੁਖ ਉਜਲਾ। ਆਓ ਜੀ, ਕਿਰਪਾ ਕਰੇ ਸਤਿਗੁਰੂ, ਮਿਹਰ ਕਰੇ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।